स्टेजां दे उपर जाके परमार साहब ये गल कहंदे रहे आ भी मैं धालीवाल साहब की सिफारिश की, मैं धालीवाल साहब नूं टिकट दवाई ते उन्हां जितन तो बाद हुण उन्हां नूं जिहड़ा धालीवाल साहब रास नहीं आ रहा है। दूसरे पासे अज उही परमार साहब कह रहे आ भी मैं तो कैप्टन साहब नूं कहा सी भी टिकट ना दिओ, पर पार्टी ने टिकट देती, सानूं मजबूरी नूं चलना पिया नाल। ਹੁਣ ਉਹ ਕਹਿੰਦੇ ਆ ਜੀ ਦਾਅਵੇ ਕਰਦੇ ਆ ਵੀ ਅਸੀਂ ਇਹਨੂੰ ਟਿਕਟ ਲੈ ਨਹੀਂ ਦੇਵਾਂਗੇ, ਇਹ ਨਹੀਂ ਕਰਾਂਗੇ, ਉਹ ਨਹੀਂ ਕਰਾਂਗੇ। ਜਿੰਨੀ ਵਾਰ ਵੀ ਮਾਨ ਸਾਹਿਬ ਜਿੱਤੇ ਆ, ਪਰਮਾਰ ਸਾਹਿਬ ਇੱਕ ਵਾਰੀ ਇਹ ਗੱਲ ਕਲੀਅਰ ਕਰ ਦੇਣ ਵੀ ਕਦੀ ਪੂਰੀ ਟਰਮ ਦੇ ਵਿੱਚ ਮਾਨ ਸਾਹਿਬ ਦੇ ਨਾਲ ਰਹੇ। ਔਰ ਜਦੋਂ ਮਾਨ ਸਾਹਿਬ ਹਰਦੇ ਸੀ ਤੇ ਓਪਨ ਇਹ ਗੱਲ ਕਹਿੰਦੇ ਸੀ ਦੇਖਿਆ ਸਬਕ ਦੇ ਦਿੱਤਾ। ਉਹੀ ਮਾਨ ਸਾਹਿਬ ਆ ਬਹੁਤ ਜ਼ਿਆਦਾ ਮਾੜੇ ਹੋ ਜਾਂਦੇ ਪਰਮਾਰ ਸਾਹਿਬ ਨੇ। ਜਦੋਂ ਮਾਨ ਸਾਹਿਬ ਪਾਵਰ 'ਚ ਆ ਜਾਂਦੇ ਆ ਫਿਰ ਮਾਨ ਸਾਹਿਬ ਨਾਲ ਗੁੱਸੇ ਹੋ ਜਾਂਦੇ ਆ। ਮਾਨ ਸਾਹਿਬ ਦਾ ਬੇਟਾ ਜੂਤ ਦਾ ਇਲੈਕਸ਼ਨ ਲੜਿਆ, ਹਰਜੀ ਮਾਨ। ਦੂਸਰੇ ਪਾਸੇ ਸੌਰਵ ਖੁੱਲਰ ਸੀ। ਐਸੇ ਹੀ ਰੈਸਟ ਹਾਊਸ ਦੇ ਬਾਹਰ ਫਾਇਰ ਬ੍ਰਿਗੇਡ ਦੇ ਕੋਲ ਟੈਂਟ ਲੱਗਾ ਹੋਇਆ ਸੀ। ਆਪਣਾ ਹਰਜੀਤ ਸਿੰਘ ਪਰਮਾਰ ਜੀ ਬੂਥ ਦੇ ਉੱਪਰ ਆ ਕੇ ਬੈਠ ਕੇ ਹਰਜੀ ਮਾਨ ਨੂੰ ਹਰਾਇਆ। ਹਰਜੀ ਮਾਨ ਨੂੰ ਐਡਰੈਸ ਕਰਕੇ ਕਹਿ ਰਹੇ ਸੀ ਵੀ ਜੂਥ ਵਾਲੇ ਜੀ ਧਾਲੀਵਾਲ ਸਾਹਿਬ ਨੂੰ ਮੂੰਹ ਨਾ ਲਾਇਓ, ਮੇਰੇ ਨਾਲ ਵਾਅਦਾ ਕਰੋ ਜੀ, ਧਾਲੀਵਾਲ ਨੂੰ ਚੱਕ ਕੇ ਬਾਹਰ ਸੁੱਟ ਦਿਓ। ਉਦੋਂ ਹਰਜੀ ਮਾਨ ਦੇ ਵਿੱਚ ਕੀ ਨੁਕਸ ਸੀ ਮੈਨੂੰ ਦੱਸਣ। ਜਿੱਦਣ ਹਰਜੀ ਮਾਨ ਨੂੰ ਟੇਬਲ ਤੇ ਬੈਠ ਕੇ ਹਰਾਇਆ, ਜਿਹੜਾ ਲੀਡਰ ਉਹਨਾਂ ਦੇ ਕਹਿਣ ਮੁਤਾਬਕ ਨਹੀਂ ਚੱਲਦਾ, ਉਹਨਾਂ ਦੀ ਸੋਚ ਮੁਤਾਬਕ ਨਹੀਂ ਚੱਲਦਾ, ਉਹ ਲੀਡਰ ਪੂਰਾ ਹੋ ਜਾਂਦਾ। ਉਹ ਰਾਜੂ ਦਿਹਾਤੀ ਪ੍ਰਧਾਨ ਹੈਗਾ, ਉਹ ਮਾਨ ਸਾਹਿਬ ਦੇ ਨਾਲ ਹੈ। ਜੋ ਮਾਨ ਸਾਹਿਬ ਦਾ ਵਿਰੋਧ ਤੁਸੀਂ ਕੀਤਾ ਆ, ਜੋ ਮਾਨ ਸਾਹਿਬ ਨੂੰ ਲੋਕਾਂ ਨੂੰ ਤੁਸੀਂ ਕਿਹਾ ਵੀ ਉਹਨੂੰ ਵੋਟਾਂ ਨਾ ਪਾਇਓ, ਉਹ ਮਾਨ ਸਾਹਿਬ ਨੂੰ ਲੋਕੀ ਜਾ ਕੇ ਦੱਸਦੇ ਰਹੇ ਆ। ਮੈਂ ਸਮਝਦਾ ਵੀ ਧਾਲੀਵਾਲ ਸਾਹਿਬ ਇੱਕ ਇਹੋ ਇਨਸਾਨ ਆ ਤੇ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਮੈਂ ਕਹਿੰਦਾ ਇੰਨਾ ਵਿਕਾਸ ਕਰਾਇਆ ਤੇ ਉਹਦੀ ਅੱਜ ਜੇ ਅਸੀਂ ਕਹੀਏ ਤੇ ਉਸ ਗੱਲ ਨੂੰ ਅਣਗੌਲਿਆਂ ਕਰਕੇ ਅਸੀਂ ਦੂਜੇ ਪਾਸੇ ਨੂੰ ਤੁਰ ਪਈਏ ਤਾਂ ਬਹੁਤ ਮਾੜੀ ਗੱਲ ਹੈ। ਮੈਂ ਕਹਿੰਦਾ ਤੇ ਉਹਨਾਂ ਦੇ ਲਈ ਜੇ ਫਿਰ ਅੱਜ ਟਿਕਟਾਂ ਦੇ ਵਿੱਚ ਕੋਈ ਅੜਚਨ ਪੈਂਦੀ ਆ ਤੇ ਉਹ ਸ਼ਹਿਰ ਲਈ ਵੀ ਬਹੁਤ ਮਾੜੀ ਗੱਲ ਹੋਊਗੀ ਤੇ ਕਾਂਗਰਸ ਪਾਰਟੀ ਦੇ ਲਈ ਵੀ ਬਹੁਤ ਮਾੜੀ ਗੱਲ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਪਿਛਲੇ ਦਿਨੀ ਸਾਡੇ ਬਹੁਤ ਹੀ ਸੀਨੀਅਰ ਲੀਡਰ ਆ, ਅਸੀਂ ਬੜਾ ਉਹਨਾਂ ਦਾ ਸਤਿਕਾਰ ਕਰਦੇ ਹਾਂ, ਸਰਦਾਰ ਹਰਜੀਤ ਸਿੰਘ ਜੀ ਪਰਮਾਰ। ਕੇਜੀ ਰਿਜ਼ੋਰਟ ਦੇ ਵਿੱਚ ਕੋਈ ਫੰਕਸ਼ਨ ਸੀ, ਉਹਦੇ ਵਿੱਚ ਉਹਨਾਂ ਨੇ MLA ਸਾਹਿਬ ਦੇ ਖਿਲਾਫ ਮੈਂ ਸਮਝਦਾ ਉਹ ਲਫ਼ਜ਼ ਜਾਂ ਉਹ ਭਾਸ਼ਾ ਪ੍ਰਯੋਗ ਕੀਤੀ ਆ ਜਿਹੜੀ ਮੇਰੀ ਆਪਣੀ ਸੋਚ ਮੁਤਾਬਕ, ਜਾਂ ਮੈਂ ਸਮਝਦਾ ਜਿੰਨੇ ਸਾਡੇ ਸਾਥੀ ਬੈਠੇ ਸਾਰਿਆਂ ਨਾਲ ਮੇਰਾ ਵਿਚਾਰ ਹੋਇਆ ਬਈ ਸਾਡੀ ਸੋਚ ਮੁਤਾਬਕ ਉਹਨਾਂ ਦੀ ਉਹ ਭਾਸ਼ਾ ਵਰਤਣਾ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਸੀ। ਉਹ ਜਿੱਦ ਤੱਕ ਗੱਲ ਕਰਦੇ ਆ ਸਾਹਿਬ ਬਲਵਿੰਦਰ ਸਿੰਘ ਧਾਲੀਵਾਲ ਦੀ ਟਿਕਟ ਦੀ, ਜਦੋਂ ਇੱਥੇ MLA ਨਹੀਂ ਸੀ, ਮਾਨ ਸਾਹਿਬ ਹਰ ਗਏ ਸੀ, ਤਾਂ ਅਕਸਰ ਸਾਰਿਆਂ ਦੇ ਵਿੱਚ ਸਾਡੇ ਤੁਹਾਡੇ ਨਾਲ ਸਾਰਿਆਂ ਨੇ ਗੱਲ ਕਰਦੇ ਸੀ ਬਦਲ ਹੋਣਾ ਚਾਹੀਦਾ, ਬਦਲ ਹੋਣਾ ਚਾਹੀਦਾ। ਤੇ ਜਦੋਂ ਜਿਮਨੀ ਚੋਣ ਆਈ, ਜਿਮਨੀ ਚੋਣ ਦੇ ਵਿੱਚ ਜਦੋਂ ਧਾਲੀਵਾਲ ਸਾਹਿਬ ਦੀ ਗੱਲ ਨਿਕਲ ਕੇ ਬਾਹਰ ਆਈ ਵੀ ਧਾਲੀਵਾਲ ਸਾਹਿਬ ਇਲੈਕਸ਼ਨ ਲੜ ਸਕਦੇ ਆ, ਔਰ ਉਸ ਤੋਂ ਬਾਅਦ ਉਹ ਟਿਕਟ ਲੈ ਕਲੀਅਰ ਹੋ ਗਿਆ ਵੀ ਇਲੈਕਸ਼ਨ ਧਾਲੀਵਾਲ ਸਾਹਿਬ ਨੇ ਲੜਨਾ। ਬੜੇ ਸੀਨੀਅਰ ਸਾਡੇ ਬੈਠੇ ਆ, ਐਕਸ ਬਲਾਕ ਪ੍ਰਧਾਨ ਦੇ ਪ੍ਰਧਾਨ ਵੀ ਆ, ਦੂਜਾ ਪ੍ਰਧਾਨ ਵੀ ਬੈਠੇ, ਬਾਕੀ MC ਸਾਹਿਬ ਵੀ ਸਾਰੇ ਬੈਠੇ ਆ। ਸਾਰਿਆਂ ਨੂੰ ਪਰਮਾਰ ਸਾਹਿਬ ਨੇ ਆਪ ਜਾ ਕੇ ਕਹਿੰਦੇ ਸੀ ਵੀ ਦੇਖਿਆ ਜੀ ਮੈਂ ਧਾਲੀਵਾਲ ਨੂੰ ਟਿਕਟ ਦਵਾਤੀ, ਔਰ ਤੁਹਾਡੇ ਸਾਰਿਆਂ ਕੋਲ ਇਸ ਚੀਜ਼ ਦੀ ਕਲਿੱਪਿੰਗ ਹੈਗੀ ਆ, ਪ੍ਰਿੰਟ ਮੀਡੀਆ ਦੇ ਵਿੱਚ ਵੀ, ਸੋਸ਼ਲ ਆਪਣੇ ਤੁਹਾਡੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਵੀ। ਸਟੇਜਾਂ ਦੇ ਉੱਪਰ ਜਾ ਕੇ ਪਰਮਾਰ ਸਾਹਿਬ ਇਹ ਗੱਲ ਕਹਿੰਦੇ ਰਹੇ ਆ ਵੀ ਮੈਂ ਧਾਲੀਵਾਲ ਸਾਹਿਬ ਦੀ ਸਿਫਾਰਿਸ਼ ਕੀਤੀ, ਮੈਂ ਧਾਲੀਵਾਲ ਸਾਹਿਬ ਨੂੰ ਟਿਕਟ ਦਵਾਈ ਤੇ ਇਹ ਕੀਤਾ ਉਹ ਕੀਤਾ। ਅੱਜ ਜਦੋਂ ਧਾਲੀਵਾਲ ਸਾਹਿਬ ਆਪਣੇ ਰਸੂਖ ਤੇ ਸਾਰੇ ਹੀ ਮੈਂ ਸਮਝਦਾ ਕਾਂਗਰਸੀ ਵਰਕਰ
ਔਰ ਲੀਡਰ ਸਾਹਿਬਾਨ, ਉਹਨਾਂ ਸਾਰਿਆਂ ਦੇ ਆਸ਼ੀਰਵਾਦ ਸਦਕਾ, ਉਹਨਾਂ ਸਾਰਿਆਂ ਦੀ ਮਿਹਨਤ ਸਦਕਾ ਇੱਕ ਬਹੁਤ ਵੱਡੀ ਲੀਡ ਦੇ ਨਾਲ, ਜਿਹਨੂੰ ਪਰਮਾਰ ਸਾਹਿਬ ਵੀ ਮੰਨਦੇ ਆ ਵੀ ਜਿੱਤੇ ਆ, ਤੇ ਉਹਨਾਂ ਜਿੱਤਣ ਤੋਂ ਬਾਅਦ ਹੁਣ ਉਹਨਾਂ ਨੂੰ ਜਿਹੜਾ ਧਾਲੀਵਾਲ ਸਾਹਿਬ ਰਾਸ ਨਹੀਂ ਆ ਰਿਹਾ। ਔਰ ਮੈਂ ਬੜਾ ਉਸ ਵੇਲੇ ਹੈਰਾਨ ਹੋਇਆ ਜਦੋਂ ਮੈਂ ਉਹਨਾਂ ਦੀ ਵੌਇਸ ਸੁਣੀ। ਉਹ ਮਾਈਕ ਤੇ ਕਹਿ ਰਹੇ ਆ ਵੀ ਮੈਂ ਕੈਪਟਨ ਸਾਹਿਬ ਨੂੰ ਕਿਹਾ ਸੀ ਵੀ ਧਾਲੀਵਾਲ ਸਾਹਿਬ ਨੂੰ ਟਿਕਟ ਨਾ ਦਿਓ। ਇੱਕ ਪਾਸੇ ਤਾਂ ਉਹ ਕਹਿੰਦੇ ਮੈਂ ਧਾਲੀਵਾਲ ਸਾਹਿਬ ਨੂੰ ਟਿਕਟ ਦਵਾਈ ਆ, ਮੈਂ ਸਿਫਾਰਿਸ਼ ਕੀਤੀ ਆ ਜੀ, ਮੈਂ ਹੀਰਾ ਲੱਭ ਕੇ ਲਿਆਂਦਾ। ਦੂਸਰੇ ਪਾਸੇ ਅੱਜ ਉਹੀ ਪਰਮਾਰ ਸਾਹਿਬ ਕਹਿ ਰਹੇ ਆ ਵੀ ਮੈਂ ਤਾਂ ਕੈਪਟਨ ਸਾਹਿਬ ਨੂੰ ਕਿਹਾ ਸੀ ਵੀ ਟਿਕਟ ਨਾ ਦਿਓ, ਪਰ ਪਾਰਟੀ ਨੇ ਟਿਕਟ ਦੇਤੀ, ਸਾਨੂੰ ਮਜਬੂਰੀ ਨੂੰ ਚੱਲਣਾ ਪਿਆ ਨਾਲ। ਮੈਨੂੰ ਤਾਂ ਉਹਨਾਂ ਦਾ ਇਹ ਰੂਪੇ ਨਹੀਂ ਸਮਝ ਆਇਆ ਵੀ ਉਹ ਟਿਕਟ ਦਬਾਉਣ ਵਾਲਿਆਂ 'ਚ ਕਿ ਟਿਕਟ ਰਕਾਉਣ ਵਾਲਿਆਂ 'ਚ। ਹੁਣ ਉਹ ਕਹਿੰਦੇ ਆ ਜੀ, ਦਾਅਵੇ ਕਰਦੇ ਆ ਵੀ ਅਸੀਂ ਇਹਨੂੰ ਟਿਕਟ ਲੈਣ ਨਹੀਂ ਦਿਆਂਗੇ, ਇਹ ਨਹੀਂ ਕਰਾਂਗੇ, ਉਹ ਨਹੀਂ ਕਰਾਂਗੇ। ਜਦੋਂ ਮਾਨ ਸਾਹਿਬ ਇਲੈਕਸ਼ਨ ਲੜੇ ਆ, ਮੈਨੂੰ ਕੋਈ ਇੱਕ ਇਦਾਂ ਦੀ ਟਰਮ, ਸਭ ਤੋਂ ਪਹਿਲੀ ਟਰਮ ਨੂੰ ਛੱਡ ਕੇ ਉਸ ਤੋਂ ਬਾਅਦ ਜਿੰਨੀ ਵਾਰ ਵੀ ਮਾਨ ਸਾਹਿਬ ਜਿੱਤੇ ਆ, ਪਰਮਾਰ ਸਾਹਿਬ ਇੱਕ ਵਾਰੀ ਇਹ ਗੱਲ ਕਲੀਅਰ ਕਰਦੇ ਨੇ ਵੀ ਕਦੀ ਪੂਰੀ ਟਰਮ ਦੇ ਵਿੱਚ ਮਾਨ ਸਾਹਿਬ ਦੇ ਨਾਲ ਰਹੇ ਆ। ਹਮੇਸ਼ਾ ਮਾਨ ਸਾਹਿਬ ਨਾਲ ਨਾਰਾਜ਼ ਹੁੰਦੇ ਰਹੇ ਆ। ਔਰ ਜਦੋਂ ਮਾਨ ਸਾਹਿਬ ਹਾਰਦੇ ਸੀ ਤੇ ਓਪਨ ਇਹ ਗੱਲ ਕਹਿੰਦੇ ਸੀ, ਦੇਖਿਆ ਸਬਕ ਦੇ ਦਿੱਤਾ। ਇਹ ਸਾਰਿਆਂ ਨੂੰ ਜੱਗ ਜਾ ਰਿਹਾ। ਪਰਮਾਰ ਸਾਹਿਬ ਨੂੰ ਇਸ ਗੱਲ ਤੋਂ ਥੋੜਾ ਹੁਣ ਯਾਦ ਕਰਨਾ ਚਾਹੀਦਾ ਔਰ ਭੁੱਲ ਜਾਣਾ ਚਾਹੀਦਾ, ਔਰ ਇਹ ਗੱਲ ਦਿਮਾਗ ਚੋਂ ਕੱਢ ਦੇਣੀ ਚਾਹੀਦੀ ਆ ਵੀ ਸੌ ਜਾਓ ਚਿੜੀਓ ਤੇ ਉੜ ਜਾਓ ਚਿੜੀਓ। ਕਿਉਂਕਿ ਪਰਮਾਰ ਸਾਹਿਬ ਦਾ ਜਿਹੜਾ ਚਿਹਰਾ ਹੈ ਜਾਂ ਪਰਮਾਰ ਸਾਹਿਬ ਦਾ ਜਿਹੜਾ ਚਰਿੱਤਰ ਆ, ਉਹ ਸਾਰੇ ਹਲਕਾ ਵਿਧਾਨ ਸਭਾ ਨੂੰ ਪਤਾ ਲੱਗ ਚੁੱਕਾ, ਫਗਵਾੜਾ ਨੂੰ ਖਾਸ ਕਰਕੇ। ਵੀ ਪਰਮਾਰ ਸਾਹਿਬ ਦਾ ਕੋਈ ਪਤਾ ਥੋੜ੍ਹਾ ਇਹਨਾਂ ਨੇ ਕਦੋਂ ਮਾਨ ਸਾਹਿਬ ਨਾਲ ਜਾਰੀ ਪਾ ਲੈਣੀ ਆ ਤੇ ਕਦੋਂ ਮਾਨ ਸਾਹਿਬ ਦਾ ਵਿਰੋਧ ਕਰਨਾ ਪੈਣਾ। ਇਹੀ ਮਾਨ ਸਾਹਿਬ ਆ, ਬਹੁਤ ਜ਼ਿਆਦਾ ਮਾੜੇ ਹੋ ਜਾਂਦੇ ਪਰਮਾਰ ਸਾਹਿਬ ਲਈ। ਜਦੋਂ ਮਾਨ ਸਾਹਿਬ ਪਾਵਰ 'ਚ ਆ ਜਾਂਦੇ ਆ, ਫਿਰ ਮਾਨ ਸਾਹਿਬ ਨਾਲ ਗੁੱਸੇ ਹੋ ਜਾਂਦੇ ਆ, ਫਿਰ ਮਾੜੇ ਹੋ ਜਾਂਦੇ। ਅੱਜ ਕਹਿ ਰਹੇ ਆ ਵੀ ਧਾਲੀਵਾਲ ਸਾਹਿਬ ਦੇ ਆਲੇ ਦੁਆਲੇ ਜੀ ਚੱਕਰੀ ਬਣੀ ਆ ਜੀ, ਆਲੇ ਦੁਆਲੇ ਦਾ ਘੇਰਾ ਬਣਿਆ ਆ। ਜਦੋਂ ਘੇਰਾ ਚਾਹੇ ਉਹ ਮਾਨ ਸਾਹਿਬ ਆ, ਚਾਹੇ ਉਹ ਧਾਲੀਵਾਲ ਸਾਹਿਬ ਆ, ਤੇ ਚਾਹੇ ਕੋਈ ਹੋਰ ਲੀਡਰ ਆ, ਜਦੋਂ ਤੱਕ ਘੇਰਾ ਇਹਨਾਂ ਦਾ ਹੋਵੇ, ਪਰਮਾਰ ਸਾਹਿਬ ਦੇ ਨਾਲ ਸੁਲ੍ਹਾ ਹੋਵੇ ਉਸ ਲੀਡਰ ਦੀ, ਫਿਰ ਤਾਂ ਘੇਰਾ ਹੁੰਦਾ ਬਹੁਤ ਵਧੀਆ। ਤੇ ਜਦੋਂ ਪਰਮਾਰ ਸਾਹਿਬ ਦੇ ਨਾਲ ਉਸ ਲੀਡਰ ਦਾ ਸਾਨੂੰ ਨਹੀਂ ਪਤਾ ਕਿਸ ਵਜ੍ਹਾ ਕਰਕੇ ਕਿਸੇ ਤੋਂ ਦੂਰ ਹੁੰਦੇ ਆ, ਤਾਂ ਫਿਰ ਉਹ ਜਿਹੜੇ ਬੰਦੇ ਉਹ ਵੀ ਮਾੜੇ ਹੋ ਜਾਂਦੇ ਆ। ਕੀ ਪਰਮਾਰ ਸਾਹਿਬ ਹੀ ਚੰਗੇ ਹੈਗੇ? ਪਰਮਾਰ ਸਾਹਿਬ ਉਹ ਪਰਮਾਰ ਸਾਹਿਬ ਸਾਰੀ ਦੁਨੀਆ ਨੂੰ ਪਤਾ, ਪਿੰਡਾਂ ਦੇ ਵਿੱਚ ਜਿਹਨੂੰ ਮਰ ਜਾ ਕੇ ਪੁੱਛ ਲਓ। ਅਗਲੇ ਗੱਲ ਕਲੀਅਰ ਕਹਿ ਰਹੇ ਆ। ਬਿਡੰਗ ਸਾਹਿਬ ਸਾਡੇ 'ਚ ਬੈਠੇ ਆ, ਮੇਰਾ ਖਿਆਲ ਹੈ ਵੀ ਜਿੰਨਾ ਕੁ ਪਰਿਵਾਰਕ ਸੰਬੰਧ ਪੋਲੀਟੀਕਲੀ ਜਾਂ ਭਾਈਚਾਰੇ ਤੌਰ ਤੇ ਇਹਨਾਂ ਦਾ ਹੋਣਾ ਨਾਲ ਆ, ਵੀ ਇਹਨਾਂ ਨੂੰ ਪੁੱਛ ਲਓ। ਹੋਰ ਸਾਰੇ ਬੈਠੇ ਆ ਇੱਥੇ ਵੀ ਕਿਹਨੂੰ ਪਰਮਾਰ ਸਾਹਿਬ ਨੇ ਮਾਨ ਸਾਹਿਬ ਦੇ ਇਲੈਕਸ਼ਨਾਂ ਦੇ ਵਿੱਚ ਨਹੀਂ ਕਿਹਾ ਵੀ ਮਾਨ ਸਾਹਿਬ ਦਾ ਆਪਾਂ ਵਿਰੋਧ ਕਰਨਾ, ਐਤਕੀ ਵੋਟਾਂ ਨਹੀਂ ਪਾਉਣੀਆਂ। ਕਿੰਨੇ ਕੁ ਸੱਚੇ ਕਾਂਗਰਸੀ ਆ। ਹੁਣ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਮਾਨ ਸਾਹਿਬ ਦਾ ਬੇਟਾ ਜੂਤ ਦਾ ਇਲੈਕਸ਼ਨ ਲੜਿਆ, ਹਰਜੀ ਮਾਨ। ਦੂਸਰੇ ਪਾਸੇ ਸੌਰਵ ਖੁੱਲਰ ਸੀ। ਐਸੇ ਹੀ ਰੈਸਟ ਹਾਊਸ ਦੇ ਬਾਹਰ ਫਾਇਰ ਬ੍ਰਿਗੇਡ ਦੇ ਕੋਲ ਟੈਂਟ ਲੱਗਾ ਸੀ। ਆਪਰ ਹਰਜੀਤ ਸਿੰਘ ਪਰਮਾਰ ਜੀ ਬੂਥ ਦੇ ਉੱਪਰ ਆ ਕੇ ਬੈਠ ਕੇ ਹਰਜੀ ਮਾਨ ਨੂੰ ਹਰਾਇਆ। ਕਿ ਜੇ ਮਾਨ ਸਾਹਿਬ ਇੰਨੇ ਚੰਗੇ ਜਾਂ ਇੰਨਾ ਉਹਨਾਂ ਦਾ ਸਹੀ ਸਿਸਟਮ ਸੀ ਤਾਂ ਉਦੋਂ ਕਿਉਂ ਵਿਰੋਧ ਕੀਤਾ? ਇਹ ਤਾਂ ਹੁੰਦੀ ਮੈਂ ਮਿਸਾਲ ਦਿੱਤੀ ਤੁਹਾਨੂੰ। ਉਹਨਾਂ ਦੇ ਬੇਟੇ ਨੂੰ ਯੂਥ ਦੇ ਇਲੈਕਸ਼ਨ 'ਚ ਹਰਾਇਆ, ਸੌਰਵ ਖੁੱਲਰ ਨੂੰ ਜਿਤਾਇਆ। ਮਤਲਬ ਇਹਨਾਂ ਦਾ ਕੀ ਕਰੈਕਟਰ ਹੈਗਾ। ਬੜੇ ਦੁੱਖ ਨਾਲ, ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਸਾਡੇ ਬਜ਼ੁਰਗ ਆ ਵੀ ਇਹੋ ਜਿਹਾ ਅੱਜ ਉਹ ਪੁਲਿਸ ਵੀ ਮਾੜੀ ਹੋ ਗਈ, ਅੱਜ ਐਡਮਿਨਿਸਟ੍ਰੇਟਰ ਵੀ ਮਾੜੇ ਹੋ ਗਏ। ਮੈਂ ਇਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ, ਇੱਥੇ ਸਰਦਾਰ ਪ੍ਰੀਤਮ ਸਿੰਘ DSP ਹੁੰਦੇ ਸੀ, ਬਖਸ਼ੀ ਰਾਮ ਜੀ DSP ਹੁੰਦੇ ਸੀ। ਪਰਮਾਰ ਸਾਹਿਬ ਯਾਦ ਕਰਿਓ, ਕਿਸੇ ਪਿੰਡ ਦਾ ਕੋਈ ਕੇਸ ਸੀ, ਉਹਦੇ ਵਿੱਚ ਕੀ ਹੋਇਆ ਸੀ ਤੇ ਉਹਦਾ ਰਿਜ਼ਲਟ ਕੀ ਆਇਆ ਸੀ। ਮੈਂ ਤੁਹਾਨੂੰ ਇੰਨਾ ਹੀ ਯਾਦ ਕਰਾਉਣਾ ਚਾਹੁੰਦਾ। ਉਸ ਕੇਸ ਦੇ ਵਿੱਚ ਤੁਹਾਡੀ ਕੀ ਪਾਰਟਿਸਿਪੇਸ਼ਨ ਸੀ। ਲੋਕਾਂ ਦੇ ਉੱਪਰ ਕਿਚੜ ਤੁਸੀਂ ਸਿੱਟੀ ਜਾਂਦੇ ਆ। ਸਾਰੀ ਫਗਵਾੜੇ ਦੀ ਕਾਂਗਰਸ ਮਾੜੀ ਹੋ ਗਈ। ਇਹ ਕਹਿੰਦੇ ਆ ਵੀ ਧਾਲੀਵਾਲ ਸਾਹਿਬ ਨੂੰ ਬਘਾਣੇ ਦੇ ਸਰਪੰਚ ਦਾ ਨਾਂ ਨਹੀਂ ਪਤਾ। ਮੈਂ ਦਾਅਵੇ ਨਾਲ ਗੱਲ ਕਹਿਣਾ, ਪਰਮਾਰ ਸਾਹਿਬ ਤੁਹਾਨੂੰ ਫਗਵਾੜੇ ਦੀਆਂ ਸਾਰੀਆਂ ਮਹੱਲੇ ਜਾਂ ਗਲੀਆਂ ਦਾ ਨਹੀਂ ਸ਼ਾਇਦ ਪਤਾ ਹੋਊਗਾ। ਧਾਲੀਵਾਲ ਸਾਹਿਬ ਨੂੰ ਅੱਜ ਵੀ ਇਸ ਗੱਲ ਦਾ ਪਤਾ ਆ ਫਗਵਾੜੇ ਦੇ ਵਿੱਚ ਕਿਹੜੇ ਵਾਰਡ ਦੇ ਵਿੱਚ, ਕਿਹੜੇ ਮਹੱਲੇ ਦੇ ਵਿੱਚ, ਕਿਹੜੀ ਗਲੀ ਦੀ ਮੈਂ ਇੰਟਰਲੋਕਿੰਗ ਲਵਾਈ ਆ,
ਕਿਹਦਾ ਮੈਂ ਸੀਸੀ ਕਰਾਇਆ, ਕਿਹਦਾ ਆਰਸੀਸੀ ਹੋਇਆ, ਕਿਹੜਾ ਹੋ ਗਿਆ, ਕਿਹੜਾ ਰਹਿ ਗਿਆ। ਲੋਕਾਂ ਦੇ ਮਨਾਂ ਦੇ ਵਿੱਚ ਧਾਲੀਵਾਲ ਸਾਹਿਬ ਵੱਸ ਚੁੱਕੇ ਆ। ਇਹ ਬੁਖਲਾੜ ਦਾ ਇਹਨਾਂ ਦਾ ਨਤੀਜਾ ਆ। ਤੁਸੀਂ ਜਾ ਕੇ ਸਾਰੇ ਪ੍ਰੈਸ ਵਾਲਾ ਮੀਡੀਆ ਇੱਥੇ ਬੈਠਾ, ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਇਹ ਗੱਲ ਮੰਨਦੇ ਆ ਜਿਹੜੀ ਪਰਮਾਰ ਸਾਹਿਬ ਗੱਲ ਕਹਿੰਦੇ ਜੀ ਇਹਨਾਂ ਨੂੰ ਪਿੰਡ ਦੇ ਸਰਪੰਚਾਂ ਦਾ ਨਾਂ ਹੀ ਨਹੀਂ ਪਤਾ। ਜੇ ਪਿੰਡ ਦੇ ਸਰਪੰਚਾਂ ਦਾ ਨਾਂ ਨਹੀਂ ਪਤਾ ਤੇ ਧਾਲੀਵਾਲ ਸਾਹਿਬ ਦੇ ਰੋਜ਼ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤਾਈਂ ਸਿਰ ਖੁਰਪਣ ਦਾ ਉਹਦਾ ਟਾਈਮ ਨਹੀਂ ਹੁੰਦਾ। ਉੱਤੇ ਕਿੰਨੇ ਕੁ ਸਰਪੰਚ ਤੇ ਕਿੰਨੇ ਸਾਡੇ ਕੌਂਸਲਰ ਸਾਹਿਬਾਨ ਜਾਂ ਕਿੰਨੇ ਸਾਡੇ ਪਤਵੰਤੇ ਸੱਜਣ ਜਾਂਦੇ ਆ ਜਿਹੜੇ ਉੱਥੇ ਆਪਣਾ ਕੰਮ ਕਰਾਉਂਦੇ ਆ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਇਹ ਮਤਲਬ ਕਿ ਜਿਹੜੀ ਇਹੋ ਜਿਹੀ ਗੱਲ ਕਹਿਣੀ ਵੀ ਇਹਨੂੰ ਯੂਥ ਨੂੰ ਇਹ ਉਦਣ ਹਰਜੀ ਮਾਨ ਨੂੰ ਐਡਰੈਸ ਕਰਕੇ ਕਹਿ ਰਹੇ ਸੀ ਵੀ ਯੂਥ ਵਾਲੇ ਜੀ ਧਾਲੀਵਾਲ ਸਾਹਿਬ ਨੂੰ ਮੂੰਹ ਨਾ ਲਾਇਓ, ਮੇਰੇ ਨਾਲ ਵਾਅਦਾ ਕਰੋ ਜੀ, ਧਾਲੀਵਾਲ ਨੂੰ ਚੱਕ ਕੇ ਬਾਹਰ ਸੁੱਟ ਦਿਓ। ਉਦਣ ਹਰਜੀ ਮਾਨ ਦੇ ਵਿੱਚ ਕੀ ਨੁਕਸ ਸੀ ਮੈਨੂੰ ਦੱਸਣ, ਜਿੱਦਣ ਹਰਜੀ ਮਾਨ ਨੂੰ ਟੇਬਲ ਤੇ ਬੈਠ ਕੇ ਹਰਾਇਆ। ਜੇ ਮਾਨ ਸਾਹਿਬ ਜਾਂ ਹਰਜੀ ਇੰਨਾ ਹੀ ਵਧੀਆ ਸੀ ਇਹਨਾਂ ਦੇ ਲਈ, ਅਸੀਂ ਉਹਨਾਂ ਨੂੰ ਉਦੋਂ ਵੀ ਮਾੜਾ ਨਹੀਂ ਕਿਹਾ ਸੀ, ਉਹਨਾਂ ਨੂੰ ਅੱਜ ਵੀ ਮਾੜਾ ਕਹਿੰਦੇ। ਹਰ ਬੰਦੇ ਨੂੰ ਟਿਕਟ ਮੰਗਣ ਦਾ ਹੱਕ ਹੈ, ਹਰ ਬੰਦੇ ਨੂੰ ਲੜਾਈ ਲੜਨ ਦਾ ਆਪਣਾ ਹੱਕ ਹੈ, ਪਰ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਣਾ ਜਿਹੜੀ ਬਹੁਤ ਮਾੜੀ ਗੱਲ ਹੈ। ਤੁਸੀਂ ਅੱਜ ਤੋਂ ਸਾਲ ਪਹਿਲਾਂ ਉਹਨਾਂ ਨੂੰ ਹਰਾਉਣੇ ਆ, ਹੁਣ ਜਿਤਾਉਣੇ ਆ। ਪਿੱਛੇ 10 ਤੁਸੀਂ 4 ਵਾਰੀ ਮਾਨ ਸਾਹਿਬ ਦੀ ਮਦਦ ਕੀਤੀ, 4 ਵਾਰੀ ਤੁਸੀਂ ਮਾਨ ਸਾਹਿਬ ਦੇ ਨਾਲ ਲੜਾਈ ਕੀਤੀ ਆ। ਉਹ ਸਾਰੀ ਦੁਨੀਆ ਨੂੰ ਪਤਾ, ਸ਼ਹਿਰ ਵਿੱਚ ਪਿੰਡ ਵੀ ਲੋਕੀ ਹੁਣ ਕੋਈ ਤੁਹਾਡੀ ਗੱਲ ਤੇ ਵਿਸ਼ਵਾਸ ਨਹੀਂ ਕਰਦਾ। ਉਹ ਕਹਿੰਦੇ ਤੁਸੀਂ ਅੱਜ ਕਹਿੰਦੇ ਮਾਨ ਸਾਹਿਬ ਨੇ ਵੋਟਾਂ ਨਹੀਂ ਪਾਇਆ, ਕੱਲ੍ਹ ਨੂੰ ਮਾਨ ਸਾਹਿਬ ਨਾਲ ਤੁਸੀਂ ਇਕੱਠੇ ਹੋ ਕੇ ਫਿਰ ਮਾਨ ਸਾਹਿਬ ਦੇ ਨਾਲ ਤੁਰ ਪੈਣਾ। ਅਸੀਂ ਕਿੱਥੇ ਜਾਈਏ? ਲੋਕੀ ਕਹਿੰਦੇ ਅਸੀਂ ਤਾਂ ਬਦਨਾਮ ਅਸੀਂ ਹੋ ਜਾਂਦੇ ਆ, ਸੁਲ੍ਹਾ ਕਰਨ ਲੱਗੇ ਸਾਨੂੰ ਪੁੱਛਦੇ ਵੀ ਨਹੀਂ। ਉਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਕੁਝ ਕਾਂਗਰਸੀ ਜਿਹੜੇ ਟਕਸਾਲੀ ਕਾਂਗਰਸੀ ਉਹਨਾਂ ਨੂੰ ਉੱਥੇ ਸਨਮਾਨਿਤ ਕੀਤਾ। ਉਹਨਾਂ ਦਾ ਉੱਥੇ ਕਹਿਣਾ ਸੀਗਾ ਵੀ ਉਹਨਾਂ ਨੂੰ ਬਣਦਾ ਜਿਹੜਾ ਸਨਮਾਨ ਆ ਉਹ ਇਹ ਮੌਜੂਦਾ ਸਰਕਾਰ ਦੇ ਵਿੱਚ ਨਹੀਂ ਮਿਲਿਆ ਫਗਵਾੜੇ ਦੇ ਵਿੱਚ। ਤੁਹਾਨੂੰ ਇਹਦੇ ਬਾਰੇ ਕੀ ਲੱਗਦਾ? ਤੁਸੀਂ ਮੈਨੂੰ ਇਹ ਦੱਸੋ ਇੱਥੇ ਕਿੰਨੇ ਸੀਰੀਅਸ ਕਾਂਗਰਸੀ ਬੈਠੇ ਆ? ਇੱਕ ਬੰਦਾ ਵੀ ਫਗਵਾੜੇ ਦਾ ਸਹੀ ਔਰ ਜਿਹੜਾ ਜਨਰਲ ਬੰਦਾ ਹੈਗਾ ਆ, ਉਹ ਇੱਕ ਬੰਦਾ ਵੀ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਕੋਈ ਆ ਕੇ ਦੱਸ ਦੇਵੇ ਵੀ ਧਾਲੀਵਾਲ ਸਾਹਿਬ ਦੇ ਘਰ ਤੋਂ ਜਾਂ ਉਹਨਾਂ ਦੇ ਆਫਿਸ ਤੋਂ ਕਿਸੇ ਨੂੰ ਸਨਮਾਨ ਨਾ ਮਿਲਿਆ ਹੋਵੇ। ਬਾਕੀ ਠੀਕ ਆ, ਸਾਰਿਆਂ ਨੂੰ ਤਾਂ ਰੱਬ ਨੇ ਵੀ ਨਹੀਂ ਖੁਸ਼ ਕਰ ਦਿੱਤਾ, ਠੀਕ ਹੈ ਨਾ। ਤਾਂ ਮੇਰਾ ਖਿਆਲ ਹੈ ਵੀ ਉੱਥੇ 99.9 ਬੰਦੇ ਜਿਹੜੇ ਆ ਸੈਟੀਸਫਾਈਡ ਜਾਂਦੇ ਆ ਔਰ ਮਾਨ ਇੱਜ਼ਤ ਲੈ ਕੇ ਜਾਂਦੇ ਆ। ਜੇ ਧਾਲੀਵਾਲ ਸਾਹਿਬ ਦੇ ਕੋਲੋਂ ਮਾਨ ਇੱਜ਼ਤ ਨਾ ਲਿਆ ਹੁੰਦਾ, ਪਰਿਵਾਰ ਦੇ ਵਿੱਚ 2-2 3-3 ਗਰੁੱਪ ਹੁੰਦੇ ਆ। ਇਹ ਤਾਂ ਕਾਂਗਰਸ ਦਾ ਇੱਕ ਬਹੁਤ ਵੱਡਾ ਪਰਿਵਾਰ ਆ। ਇਹਦੇ ਵਿੱਚ ਵੀ ਠੀਕ ਆ ਆਪਣੇ ਆਪਣੇ ਜਿਹੜੇ ਆ ਪਰਸਨਲ ਤਲੁਕਾਤ ਹੁੰਦੇ ਆ, ਕਿਸੇ ਦੀ ਕਿਸੇ ਨਾਲ ਬਣਦੀ, ਕਿਸੇ ਨਾਲ ਨਹੀਂ ਬਣਦੀ। ਪਰ ਧਾਲੀਵਾਲ ਸਾਹਿਬ ਦੇ ਤਾਂ ਮੈਂ ਤਾਂ ਕਹਿੰਦਾ ਇਸ ਗੱਲ ਨੂੰ ਆਪਾਂ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਵੀ ਧਾਲੀਵਾਲ ਸਾਹਿਬ ਨੇ ਸਾਰਿਆਂ ਨੂੰ ਇੱਕ ਮਾਲਾ 'ਚ ਪਰੋ ਕੇ ਰੱਖਿਆ ਆ। ਚਾਹੇ ਇਹ ਜਿਹੜੇ 2-4-5 ਲੀਡਰ ਹੋਣਗੇ ਜਿਨ੍ਹਾਂ ਨੂੰ ਈਗੋ ਹੋਊਗੀ, ਜਿਨ੍ਹਾਂ ਨੂੰ ਧਾਲੀਵਾਲ ਸਾਹਿਬ ਪਸੰਦ ਨਹੀਂ ਆ, ਲੇਕਿਨ ਜੇ ਕੋਈ ਪਰਸਨਲ ਤੌਰ ਤੇ ਕਿਸੇ ਨਾਲ ਜਿੱਦਾਂ ਮਰਜ਼ੀ ਕੋਈ ਰਹਿ ਰਿਹਾ, ਜਦੋਂ ਕਾਂਗਰਸ ਪਾਰਟੀ ਦੀ ਗੱਲ ਆਉਂਦੀ ਆ ਜਾਂ ਕਾਂਗਰਸ ਦੇ ਧਾਲੀਵਾਲ ਸਾਹਿਬ ਦੀ ਕੋਈ ਗੱਲ ਆਉਂਦੀ ਆ, ਸਾਰੀ ਜਿਹੜੀ ਕਾਂਗਰਸ ਆ ਆਪਣੇ ਗਿਲੇ ਸ਼ਿਕਵੇ ਭੁਲਾ ਕੇ ਉਹ ਧਾਲੀਵਾਲ ਸਾਹਿਬ ਦੇ ਝੰਡੇ ਥੱਲੇ ਇਕੱਠੀ ਹੋ ਜਾਂਦੀ ਆ। ਤੁਸੀਂ ਕਦੀ ਵੀ ਚੈੱਕ ਕਰਕੇ ਦੇਖ ਲਓ। ਆ ਹੁਣੇ ਹੀ 4 ਦਿਨ ਪਹਿਲੋਂ ਸਾਡੇ ਇੱਥੇ ਆਏ ਸੀਗੇ ਰਿਜ਼ਰਵਰ ਸਾਹਿਬ, ਤੁਸੀਂ ਦੇਖਿਆ ਨਹੀਂ? ਉੱਥੇ ਤੁਸੀਂ ਸਾਰੀ ਪ੍ਰੈਸ ਉੱਥੇ ਹੀ ਸੀ। ਉੱਥੇ ਕਿਹੜਾ ਕਾਉਂਸਲਰ ਨਹੀਂ ਸੀ, ਕਿਹੜਾ ਪਿੰਡ ਦਾ ਸਰਪੰਚ ਨਹੀਂ ਸੀ, ਕਿਹੜਾ ਬਲਾਕ ਸੰਮਤੀ ਮੈਂਬਰ ਨਹੀਂ ਸੀ, ਕਿਹੜਾ ਜ਼ਿਲ੍ਹਾ ਪਰਿਸ਼ਦ ਨਹੀਂ ਸੀ, ਸਾਰੀ ਉਹ ਬੈਠੀ ਸੀ। ਮੈਂ ਉਸ ਗੱਲ 'ਚ ਪੈਣਾ ਨਹੀਂ ਚਾਹੁੰਦਾ। ਇਹ 10 ਬੰਦੇ 15 ਬੰਦੇ ਆ ਨਾਲ ਦੇ ਕਮਰੇ ਦੇ ਵਿੱਚ ਬੈਠ ਕੇ ਇਹਨਾਂ ਨੇ ਉਹਨਾਂ ਨੂੰ ਮਿਲਿਆ ਤੇ ਧਾਲੀਵਾਲ ਸਾਹਿਬ ਨੇ ਉੱਪਰ ਟੈਂਟ ਲਾ ਕੇ ਉੱਥੇ ਉਹਨਾਂ ਨੂੰ ਮਿਲੇ ਆ। ਔਰ 2 ਵਜੇ ਤੋਂ ਲੈ ਕੇ 2 ਵਜੇ ਦੇ ਲੋਕੀ ਵੇਟ ਕਰਦੇ ਸੀ। 2-2:15 ਵਜੇ ਦਾ ਮੈਸੇਜ ਲੱਗਾ ਸੀ ਵੀ 2-2:15 ਵਜੇ ਉਹਨਾਂ ਨੇ ਆਉਣਾ। ਉਹ ਸ਼ਾਮ ਨੂੰ 6 ਵਜੇ ਆਏ ਆ। 6 ਵਜੇ ਤੱਕ ਸਾਡਾ ਨਾ ਮਹਿਲਾ ਕਾਂਗਰਸ ਦਾ ਕੋਈ ਮਹਿਲਾ, ਨਾ ਸਾਡੇ ਬਲਾਕ ਕਾਂਗਰਸ ਦਾ ਨਾ ਸਾਡੇ ਕੋਈ ਯੂਥ ਦਾ ਕੋਈ ਵੀ ਬੰਦਾ ਦੱਸੋ ਕੋਈ ਉੱਠ ਕੇ ਗਿਆ ਹੋਵੇ। ਮੇਰਾ ਖਿਆਲ ਹੈ ਜਿੱਦਾਂ ਦਾ ਲੇਟ ਹੋਈ ਗਿਆ ਉਹ ਗੈਦਰਿੰਗ ਵੱਧ ਹੀ ਗਈ। ਇਸ ਤੋਂ ਬਾਅਦ ਮੈਂ ਕਹਿੰਦਾ ਪ੍ਰਤੱਖ ਪ੍ਰੂਫ ਪਰਮਾਰ ਸਾਹਿਬ ਨੇ ਹੋਰ ਕੀ ਲੈਣਾ। ਸਰ ਇੱਕੋ ਗੱਲ ਕਰਦੇ ਬਾਰ-ਬਾਰ ਕਿ ਜਦੋਂ ਜਿਮਨੀ ਚੋਣਾਂ ਹੋਈਆਂ ਅਸੀਂ ਸਾਥ ਦਿੱਤਾ। ਮਾਨ ਸਾਹਿਬ ਵੀ ਇਹ ਗੱਲ ਹਮੇਸ਼ਾ ਕਈ ਇੰਟਰਵਿਊਆਂ ਦੇ ਵਿੱਚ ਕਹਿੰਦੇ ਆ ਵੀ ਅਸੀਂ ਧਾਲੀਵਾਲ ਸਾਹਿਬ ਦਾ ਖੁੱਲ੍ਹ ਕੇ ਸਾਥ ਦਿੱਤਾ, ਇਸ ਕਰਕੇ ਉਹ 26,000 ਵੋਟ ਤੋਂ ਫਗਵਾੜੇ ਦੇ ਵਿੱਚ ਜਿੱਤੇ ਆ। ਤੇ ਤੁਹਾਨੂੰ ਕੀ ਲੱਗਦਾ ਕਿ ਬਾਅਦ ਦੇ ਵਿੱਚ ਕੀ ਫਾਸਲਾ ਪਿਆ? ਉਹਨਾਂ ਨੇ ਪਾ ਦਿੱਤਾ ਕਿ ਧਾਲੀਵਾਲ ਸਾਹਿਬ ਨੇ ਉਹਨਾਂ ਦੇ ਨਾਲ ਦੁਬਾਰਾ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਿਹੜੇ ਫਾਸਲੇ ਵੱਧਦੇ ਗਏ? ਦੇਖੋ ਤਾਂ ਜਿੱਦ ਤੱਕ ਮੈਨੂੰ ਪਰਸਨਲ ਤੌਰ ਤੇ ਨੌਲੇਜ ਆ, ਮੈਂ ਫਿਰ ਬੋਬੀ ਬਿਨਕ ਦਾ ਨਾਂ ਲੈ ਕੇ
ਇਸ ਗੱਲ ਲਈ ਤੁਹਾਨੂੰ ਗਰੰਟੀ ਵੀ ਦਿੰਦਾ ਔਰ ਇਹਦਾ ਜੇ ਲੋੜ ਪਊਗਾ ਤਾਂ ਪ੍ਰੂਫ ਵੀ ਦੇਵਾਂਗੇ। ਪਰਮਾਰ ਸਾਹਿਬ ਦਾ ਹਮੇਸ਼ਾ ਮਾਨ ਸਨਮਾਨ ਕੀਤਾ ਧਾਲੀਵਾਲ ਸਾਹਿਬ ਨੇ ਔਰ ਅਸੀਂ ਸਾਰਿਆਂ ਨੇ, ਕੱਲ ਵੀ ਕਰਦੇ ਸੀ, ਅੱਜ ਵੀ ਕਰਦੇ ਆ। ਔਰ ਬਿਡਿੰਗ ਸਾਹਿਬ ਬੈਠੇ ਆ ਵਿੱਚ, ਜੇ ਪਰਮਾਰ ਸਾਹਿਬ ਨੇ ਕੋਈ ਮਾੜੀ ਕਿਸੇ ਵੇਲੇ ਕੋਈ ਪਤਾ ਲੱਗਾ, ਬੁੱਗਾ ਬੈਠਾ, ਨਿੱਕੇ ਭਾਜੀ ਬੈਠੇ ਆ, ਮੈਣੀ ਸਾਹਿਬ ਬੈਠੇ ਆ, ਸਾਡੀ ਬਾਕੀ ਸਾਰੀ ਕਾਂਗਰਸ ਲੀਡਰਸ਼ਿਪ ਇੱਥੇ ਬੈਠੀ ਆ, ਉਹਨਾਂ ਨੂੰ ਇਹਨਾਂ ਲੋਕਾਂ ਨੂੰ ਨਾਲ ਲੈ ਕੇ ਉਹਨਾਂ ਦੇ ਕੋਲ ਗਏ। ਪਰਮਾਰ ਸਾਹਿਬ ਦੱਸੋ ਕੀ ਗੱਲ ਹੈ, ਕੀ ਬਾਤ ਹੈ, ਜੇ ਕੋਈ ਕਿਤੇ ਕੋਈ ਕਮੀ ਪਈ ਦੱਸੋ, ਕੋਈ ਗੱਲਬਾਤ ਹੈਗੀ ਆ। ਜੇ ਬੰਦਾ ਕਹੇ ਮੈਂ ਨਾ ਮਾਨੂੰ ਤੇ ਫਿਰ ਉਹਦਾ ਕੀ ਹੱਲ ਹੈਗਾ? ਇਹਦਾ ਤਾਂ ਕੋਈ ਹੱਲ ਨਹੀਂ। ਜਾਂ ਕਹਿ ਦੇਣ ਪਰਮਾਰ ਸਾਹਿਬ ਨਹੀਂ। ਬਾਕੀ ਜੇ ਹੁਣ ਦੇਖੋ ਸਮਾਂ ਗਿਆ ਬਦਲ, ਜੋ 85-90 ਦੇ ਵਿੱਚ ਸਮਾਂ ਸੀ ਉਸ ਵੇਲੇ ਠੀਕ ਆ, ਮਾਨ ਸਾਹਿਬ ਨੇ ਆਪਣੇ ਹਿਸਾਬ ਨਾਲ ਲੀਡਰਸ਼ਿਪ ਕੀਤੀ ਆ, ਉਹ ਅੱਜ ਵੀ ਆਪਣੇ ਹਿਸਾਬ ਨਾਲ ਲੀਡਰਸ਼ਿਪ ਕਰਦੇ ਆ। ਪਰਮਾਰ ਸਾਹਿਬ ਉਹ ਹੁਣ ਚਾਹੁੰਦੇ ਉਹੀ ਅੱਜ ਤੋਂ 30 ਸਾਲ ਪਹਿਲੀਆਂ ਗੱਲਾਂ, ਵੀ ਜਿਹੜਾ ਵੀ ਇੱਥੇ ਲੀਡਰ ਆਵੇ ਉਹ ਮੇਰੀ ਮਰਜ਼ੀ ਦੇ ਨਾਲ ਸਿਆਸਤ ਕਰੇ, ਤੇ ਜੇ ਕੋਈ ਆਵੇ ਕਹੇ ਜੀ ਪਰ ਸਿਲਮੇ ਜਾਓ ਤਾਂ ਸਿਲਮੇ ਹੋਵੇਗਾ, ਟੈਲੀਫੋਨ ਆਊ ਤਾਂ ਮੈਂ ਕਰੂੰਗਾ। ਉਹ ਤਾਂ ਜਦੋਂ ਮਾਨ ਸਾਹਿਬ ਨੇ ਬੰਦ ਕਰਤਾ ਤੇ ਮਾਨ ਸਾਹਿਬ ਦੇ ਖਿਲਾਫ ਹੋ ਗਏ। ਰਾਜਾ ਸੋਢੀ ਇੱਥੇ ਆਇਆ, ਉਹ ਟਿਕਟ ਲੈ ਕੇ ਆਇਆ, ਉਹ ਨਹੀਂ ਆਇਆ, ਰਾਜਾ ਸੋਢੀ ਦੇ ਖਿਲਾਫ ਹੋ ਗਏ। ਅੱਜ ਧਾਲੀਵਾਲ ਸਾਹਿਬ ਆਏ ਆ, ਧਾਲੀਵਾਲ ਸਾਹਿਬ ਦੇ ਖਿਲਾਫ ਹੋ ਗਏ। ਪਰਮਾਰ ਸਾਹਿਬ ਦੇ ਕੋਈ ਲੀਡਰ ਫਿੱਟ ਨਹੀਂ ਬਹਿੰਦਾ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਪਰਮਾਰ ਸਾਹਿਬ ਕੀ ਚਾਹੁੰਦੇ ਸੀ ਵੀ ਰਾਜਨੀਤੀ ਸਿਨੇਮੇ 'ਚ ਚੱਲੇ? ਜੋ ਉਹਨਾਂ ਦਾ ਸਿਸਟਮ ਇਹੀ ਹੈ ਨਾ ਵੀ ਸਿਨੇਮੇ 'ਚ ਚੱਲੇ ਜਾਂ ਉਹਨਾਂ ਦੇ ਕਹਿਣ ਮੁਤਾਬਕ ਚੱਲੇ। ਜਿਹੜਾ ਲੀਡਰ ਉਹਨਾਂ ਦੇ ਕਹਿਣ ਮੁਤਾਬਕ ਨਹੀਂ ਚੱਲਦਾ, ਉਹਨਾਂ ਦੀ ਸੋਚ ਮੁਤਾਬਕ ਨਹੀਂ ਚੱਲਦਾ, ਉਹ ਲੀਡਰ ਬੁਰਾ ਹੋ ਜਾਂਦਾ। ਤੁਹਾਡੇ ਸਾਰੇ ਸਾਹਮਣੇ ਸੱਚਾਈ ਆ, ਮੈਂ ਤਾਂ ਨਹੀਂ ਕਹਿੰਦਾ। ਇਹ ਤਾਂ ਹੋ ਗਈ ਪਰਮਾਰ ਸਾਹਿਬ ਦੀ ਗੱਲ ਜੀ। ਬਾਕੀ ਕੁਝ ਹੋਰ ਕਾਂਗਰਸੀ ਲੀਡਰ ਵੀ ਜਿਹੜੀ ਬਾਈ ਇਲੈਕਸ਼ਨ ਸੀ ਉਸ ਸਮੇਂ ਧਾਲੀਵਾਲ ਸਾਹਿਬ ਦੇ ਨਾਲ ਸੀ, ਅੱਜ ਕਈ ਲੀਡਰ ਇਦਾਂ ਦੇ ਜਿਹੜੇ ਦੂਰ ਹੋ ਗਏ, ਉਹਦਾ ਕੀ ਕਾਰਨ? ਤੁਸੀਂ ਮੇਰਾ ਖਿਆਲ ਤਾਂ ਕੋਈ ਦੂਰ ਨਹੀਂ ਹੋਇਆ ਜੀ, ਦੱਸੋ ਕਿਹੜਾ ਦੂਰ ਹੈ? ਇੱਕ ਤਾਂ ਦਿਹਾਤੀ ਪ੍ਰਧਾਨ ਹੀ ਹੈ ਤੁਹਾਡਾ ਜੀ। ਦਿਹਾਤੀ ਪ੍ਰਧਾਨ ਤਾਂ ਪਹਿਲੇ ਉਹ ਮਾਨ ਸਾਹਿਬ ਦੇ ਗਰੁੱਪ ਸੀ, ਲੇਕਿਨ ਇਲੈਕਸ਼ਨ ਵੇਲੇ ਤਾਂ ਉਹ ਨਾਲ ਸੀ, ਮਤਲਬ ਕਿ ਉਹਦੇ ਕੀ ਕਾਰਨ ਹੋਏ? ਉਹ ਤਾਂ ਉਹਦੇ 'ਚ ਕੋਈ ਲੁਕੀ ਛੁਪੀ ਗੱਲ ਨਹੀਂ। ਜੇ ਮੈਂ ਕਹਾਂ ਵੀ ਧੜਾ ਨਹੀਂ ਹੈਗਾ, ਮਾਨ ਸਾਹਿਬ ਦਾ ਵੀ ਧੜਾ ਹੈਗਾ ਆ, ਧਾਲੀਵਾਲ ਸਾਹਿਬ ਦਾ ਵੀ ਧੜਾ ਹੈਗਾ, ਉਹਦੇ ਵਿੱਚ ਜੇ ਆਪਾਂ ਇਸ ਚੀਜ਼ ਨਾਲ ਮਿਲ ਕੋਈ ਉਹਦਾ ਕੀ ਫਾਇਦਾ? ਉਹ ਰਾਜੂ ਦਿਹਾਤੀ ਪ੍ਰਧਾਨ ਹੈਗਾ, ਉਹ ਮਾਨ ਸਾਹਿਬ ਦੇ ਨਾਲ ਹੈ। ਮੌਜੂਦਾ ਬਲਾਕ ਪ੍ਰਧਾਨ ਬੈਠਾ ਵਾ, ਸਾਰੇ ਕੌਂਸਲਰ ਬੈਠੇ ਆ, ਇਹ ਸਾਰੇ ਧਾਲੀਵਾਲ ਸਾਹਿਬ ਦੇ ਨਾਲ ਆ। ਔਰ ਤੁਸੀਂ ਮੈਨੂੰ ਇਹ ਦੱਸੋ, ਅੱਜ ਜੇ ਫਗਵਾੜੇ 50 ਵਾਰਡ ਆ, 50 ਵਾਰਡਾਂ ਦੇ ਵਿੱਚ ਮੈਂ ਦਾਅਵੇ ਨਾਲ ਕਹਿ ਸਕਦਾ 45 ਜਿਹੜੇ ਕੌਂਸਲਰ ਆ, ਚਾਹੇ ਉਹ ਜਿੱਤਿਓ ਚਾਹੇ ਹਰਿਓ ਆ, ਜਿਹੜੇ ਕੈਂਡੀਡੇਟ ਸੀ ਉਹ ਧਾਲੀਵਾਲ ਸਾਹਿਬ ਦੇ ਨਾਲ ਆ। 45 ਮੈਂ ਤੁਹਾਨੂੰ ਜੇ ਲੋੜ ਪਊ ਖੜੇ ਕਰ ਦਿਆਂਗੇ ਸਾਰੇ। ਔਰ ਇਸੇ ਤਰ੍ਹਾਂ ਮੈਂ ਸਰਪੰਚਾਂ ਦੀ ਗੱਲ ਕਰਦਾ। ਨਰੇਸ਼ ਜੀ, ਕੁਝ ਬੰਦੇ ਬੀਜੇਪੀ ਛੱਡ ਕੇ ਵੀ ਉਦੋਂ ਆਏ ਸੀਗੇ ਕਾਂਗਰਸ 'ਚ, ਧਾਲੀਵਾਲ ਸਾਹਿਬ ਦੇ ਨਾਲ ਚੱਲੇ ਸੀ, ਪਰ ਅੱਜ ਉਹ ਕਾਂਗਰਸ ਦੇ ਦੂਸਰੇ ਧੜੇ ਨਾਲ ਚੱਲ ਰਹੇ ਆ, ਉਹਨਾਂ ਦਾ ਕੀ ਕਾਰਨ ਹੈ? ਉਹਨਾਂ ਦੀ ਆਪਣੀ ਕੋਈ ਪਰਸਨਲ ਹੋਊਗੀ ਜੀ ਰੰਜਿਸ਼, ਉਹਨਾਂ ਦੇ ਮਨ ਦੇ ਵਿੱਚ ਕੋਈ ਗਿਲੇ ਚਾਹੇ। ਉਹ ਕਈ ਵਾਰ ਬੰਦਾ ਬੜੇ ਸੁਪਨੇ ਲੈਂਦਾ ਵੀ ਮੈਂ ਆਹ ਕਰਨਾ ਉਹ ਕਰਨਾ, ਕਈ ਵਾਰ ਮਤੋਂ ਦੀਆਂ ਚੀਜ਼ਾਂ ਨਹੀਂ ਲੱਭਦੀਆਂ ਤੇ ਬੰਦਾ ਵਿਆਹ ਨੂੰ ਹੱਥ ਮਾਰਦਾ। ਕਈ ਵਾਰ ਬੰਦੇ ਨੂੰ ਹੁੰਦੀ ਨਾ ਵੀ ਮੈਂ ਜਿਹੜੀ ਕਰਨਾ, ਪੁਰਾਣੀਆਂ ਆਦਤਾਂ ਪਈਆਂ ਹੁੰਦੀਆਂ। ਇੱਕ ਜਿੱਦਾਂ ਤੁਸੀਂ ਕਿਹਾ ਕਿ 14-15 ਬੰਦੇ ਅਲੱਗ ਮਿਲੇ ਸੀ, ਉਹਨਾਂ 'ਚੋਂ ਇੱਕ ਨਾਮ ਦਾ ਤੁਸੀਂ ਹਰਜੀਤ ਪਰਮਾਰ ਜੀ ਦਾ ਲੈ ਦਿੱਤਾ, ਜਿਹੜੇ ਬਾਕੀ ਦੇ 14 ਬੰਦੇ ਉਹ ਕਿਹੜੇ ਆ? ਤੁਹਾਨੂੰ ਪਤਾ ਹੀ ਆ, ਤੁਹਾਡੇ ਕੋਲ ਇਹਦੇ ਵਿੱਚ ਹੀ ਆ ਕੈਮਰੇ, ਜਿਹੜੀ ਮੇਰੇ ਵੱਲ ਨੂੰ ਕੀਤਾ ਹੋਇਆ, ਸਾਡੇ ਵੱਲ ਨੂੰ ਕੀਤਾ ਹੋਇਆ, ਇਹਦੇ ਵਿੱਚ ਹੀ ਆ। ਉਦੋਂ ਤੁਹਾਨੂੰ ਨਹੀਂ ਪਤਾ ਕਿਹੜੇ ਸੀ। ਅੱਛਾ, ਫਗਵਾੜੇ ਦੇ ਵਿੱਚ ਦੋ ਹਾਈ ਕਮਾਂਡ ਵੱਲੋਂ 2 ਰੈਂਕ ਦਿੱਤੇ ਗਏ ਆ ਵੱਡੇ। ਇੱਕ ਕੈਬਨਿਟ ਰੈਂਕ ਦਿੱਤਾ, ਮਾਨ ਸਾਹਿਬ ਨੂੰ ਹੁਣ ਦਿੱਤਾ ਆ, ਤੇ ਰਾਣੀ ਸੋਢੀ ਜੀ ਨੂੰ ਦਿੱਤਾ, ਵੱਡਾ ਅਹੁਦਾ ਦਿੱਤਾ। ਮਾਨ ਵਾਲੀ ਗੱਲ ਆ ਸ਼ਹਿਰ ਲਈ। ਪਰ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਉਹਦੇ ਵਿੱਚ ਇਹਨਾਂ ਅਹੁਦਿਆਂ ਦਾ ਫਗਵਾੜਾ ਕਾਂਗਰਸ ਨੂੰ ਫਾਇਦਾ ਹੋਏਗਾ ਕਿ ਕਿਤੇ ਨਾ ਕਿਤੇ ਜੋ ਅਜਮਾਇਸ਼ ਆਪਣੇ ਵੱਲ ਹੋ ਸਕਦੀ ਉਹਨਾਂ ਦੀ? ਬਿਲਕੁਲ ਫਾਇਦਾ ਹੋਏਗਾ। ਬੜੀ ਖੁਸ਼ੀ ਦੀ ਗੱਲ ਆ ਜੇ ਮਾਨ ਸਾਹਿਬ ਨੂੰ ਕੈਬਨਿਟ ਰੈਂਕ ਦਿੱਤਾ ਤਾਂ ਮਾਨ ਸਾਹਿਬ ਸੀਨੀਅਰ ਕਾਂਗਰਸ ਦੇ ਲੀਡਰ ਆ, ਪਿਛਲੇ 35-40 ਸਾਲ ਤੋਂ ਕਾਂਗਰਸ ਦੇ ਨਾਲੋਂ ਜੁੜੇ ਹੋ ਆ, ਤੇ ਉਹਨਾਂ ਦਾ ਹੱਕ ਬਣਦਾ ਸੀ। ਸਰਕਾਰ ਨੇ ਬਹੁਤ ਅੱਛੀ ਗੱਲ ਆ, ਸਾਡੇ ਫਗਵਾੜੇ ਦਾ ਮਾਣ ਵਧਿਆ। ਜੇ ਬਲਵੀਰ ਰਾਣੀ ਸੋਢੀ ਨੂੰ ਉਹਨਾਂ ਨੇ ਪੰਜਾਬ ਪ੍ਰਧਾਨ ਬਣਾਇਆ ਤਾਂ ਉਹਨਾਂ ਦੀ ਆਪਣੀ ਸੋਚ, ਅਸੀਂ ਐਪਰੀਸ਼ੀਏਟ ਕਰਦੇ, ਵਧੀਆ। ਸਾਡੇ ਪੰਜਾਬ ਫਗਵਾੜੇ ਦੀ ਗੱਲ ਹੈ। ਸਾਡੇ ਜ਼ਿਲ੍ਹੇ ਦੀ ਪ੍ਰਧਾਨ ਸਜੀਵਲਤਾ ਜੀ ਬੈਠੇ, ਸਾਡੇ ਜ਼ਿਲ੍ਹੇ ਦੇ ਪ੍ਰਧਾਨ ਆ, ਸਾਡਾ ਮਾਣ ਹੈ। ਜੇ ਸਾਡੇ ਯੂਥ ਦਾ ਪ੍ਰਧਾਨ ਸੌਰਵ ਫੁੱਲਰ ਆ, ਫਗਵਾੜੇ ਦਾ ਸਾਨੂੰ ਮਾਣ ਹੈ। ਸਾਡੇ ਯੂਥ ਦਾ ਪ੍ਰਧਾਨ ਕਰਮਜੀਤ ਕੰਮਾ ਹੈ, ਫਗਵਾੜੇ ਦਾ ਸਾਨੂੰ ਉਹਦਾ ਮਾਣ ਹੈ। ਜਿੰਨੇ ਬੰਦੇ ਸਾਡੇ ਕਾਂਗਰਸੀਆਂ ਨੂੰ ਉਹਦੇ ਮਿਲਦੇ ਆ, ਸਾਨੂੰ ਉਹਦੇ ਮਾਣ ਹੋਣਾ ਚਾਹੀਦਾ, ਐਪਰੀਸ਼ੀਏਟ ਕਰਨਾ ਚਾਹੀਦਾ। ਅਸੀਂ ਤਾਂ ਬਿਲਕੁਲ ਖੁਸ਼ ਹਾਂ, ਲੇਕਿਨ ਨਜਾਇਜ਼ ਕਿਸੇ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ, ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ। ਤੁਸੀਂ ਵੀ ਇਹ ਗੱਲ ਸਾਰੇ ਕਹਿੰਦੇ ਔਰ ਸਾਰਾ ਸ਼ਹਿਰ ਇਹ ਗੱਲ ਕਹਿੰਦਾ ਬਈ ਸ਼ਰੀਫ ਬੰਦਾ ਆ, ਪੜ੍ਹਿਆ ਲਿਖਿਆ ਆ, ਇਮਾਨਦਾਰ ਆ, ਹਲਕੇ ਦੀ ਸੇਵਾ ਕਰਾ ਰਿਹਾ। ਤੁਸੀਂ ਮੈਨੂੰ ਇਹ ਦੱਸੋ, ਫਗਵਾੜੇ ਦੇ ਜਿਹੜੇ 11-12
ਪਿੰਡ ਸੀ ਜਦੋਂ ਫਗਵਾੜੇ ਦੇ ਨਾਲ ਰਲੇ ਆ, ਉਹਨਾਂ ਏਰੀਆ ਦੀ ਕੀ ਹਾਲਤ ਸੀ, ਅੱਜ ਜਾ ਕੇ ਦੇਖੋ ਉੱਥੇ ਕੀ ਹਾਲਤ ਹੈ। ਪਿੰਡਾਂ ਦੇ ਵਿੱਚ ਅੱਜ ਵੀ ਅਸੀਂ 6 ਪਿੰਡਾਂ ਦੇ ਵਿੱਚ ਚੈੱਕ ਵੰਡ ਕੇ ਆਏ ਹਾਂ। ਮੇਰਾ ਖਿਆਲ ਆ ਵੀ ਇੰਨੀ ਗ੍ਰਾਂਟ ਕਦੀ ਵੀ ਕਿਸੇ ਵੀ MLA ਨੇ ਨਹੀਂ ਲਿਆਂਦੀ ਜਿੰਨੀ 2 ਸਾਲ ਦੇ ਵਿੱਚ ਧਾਲੀਵਾਲ ਸਾਹਿਬ ਨੇ ਗ੍ਰਾਂਟ ਲੈ ਕੇ ਆਂਦੀ ਆ। ਇਹ ਸਿਰਫ ਉਹਨਾਂ ਦੀ ਦੂਰਦੇਸ਼ੀ ਦਾ ਹੈਗਾ ਸੋਚ, ਕਿਉਂਕਿ ਉਹ ਇੱਕ ਅੱਛੇ ਐਡਮਿਨਿਸਟ੍ਰੇਟਰ ਆ। ਪਰਮਾਰ ਸਾਹਿਬ ਨੇ ਉਦੋਂ ਮੈਂ ਤੇ ਆਪ ਕਿਹਾ ਉਹ DC ਰਹੇ ਆ ਜੀ, ਤਰਨਤਾਰਨ ਰਹੇ, ਮਾਨਸਾ ਰਹੇ। ਜਿਹੜਾ ਬੰਦਾ ਤਰਨਤਾਰਨ ਮਾਨਸੇ ਵਰਗੇ ਡਿਸਟ੍ਰਿਕਟ ਦੇ ਵਿੱਚ ਮੈਂ ਕਹਿੰਦਾ ਐਡਮਿਨਿਸਟ੍ਰੇਟ ਕਰ ਸਕਦਾ ਹੋਵੇ, ਔਰ ਤਰਨਤਾਰਨ ਮੈਨੂੰ ਇਹ ਮਾਣ ਦੀ ਗੱਲ ਹੈ, ਜਦੋਂ ਪਹਿਲੀ ਵਾਰ DC ਲੱਗਿਆ ਸੀ ਤੇ ਤਰਨਤਾਰਨ ਮੈਂ ਬਰਮਾਨੀ ਸਾਹਿਬ ਤੇ ਫਗਵਾੜੇ ਦੇ ਹੋਰ 2-4 ਬੰਦੇ ਅਸੀਂ ਉੱਥੇ ਉਹਨਾਂ ਦੇ ਨਾਲ ਗਏ ਸੀ, ਉਹਨਾਂ ਨੂੰ ਉੱਥੇ ਆਪਣੇ ਜਦੋਂ ਉਹਨਾਂ ਨੇ ਚਾਰਜ ਲੈਣਾ ਸੀ, ਠੀਕ ਹੈ ਨਾ ਜੀ। 3.5 ਸਾਲ ਤਰਨਤਾਰਨ ਦੇ ਵਿੱਚ ਉਹਨਾਂ ਨੇ ਉੱਥੇ DCਸ਼ਿਪ ਕੀਤੀ ਆ, ਔਰ ਮੇਰਾ ਖਿਆਲ ਇਹ ਰਿਕਾਰਡ ਹੈ ਚਾਨਾ ਜੀ, ਅੱਜ ਤੱਕ ਕੋਈ ਵੀ DC ਉੱਥੇ ਸਾਲ ਤੋਂ ਵੱਧ ਨਹੀਂ ਕੱਟਿਆ। ਔਰ ਕਿੱਦਾਂ ਦੇ ਉੱਥੇ ਲੀਡਰ ਸੀ, ਜਿੱਥੇ ਸਿੱਧੀ ਇੰਟਰਫੇਰੈਂਸ ਪ੍ਰਕਾਸ਼ ਸਿੰਘ ਬਾਦਲ ਜੀ ਦੀ, ਸਿੱਧੀ ਇੰਟਰਫੇਰੈਂਸ ਸੁਖਬੀਰ ਸਿੰਘ ਬਾਦਲ ਦੀ, ਆਪਣੇ ਕੈਰੋ ਸਾਹਿਬ ਦੀ, ਬਲਟੋਆ ਸਾਹਿਬ ਦੀ, ਮਤਲਬ ਕਿਹੜੇ ਲੀਡਰ ਦਾ ਨਾਮ ਰਵਾ ਜਿਹਨਾਂ ਦੀ ਸਿੱਧੀ ਉਹ ਜਿਹੜਾ DC ਇਹੋ ਜਿਹੇ ਵੱਡੇ ਕੱਦ ਦੇ ਲੀਡਰਾਂ ਨੂੰ ਇੱਕ ਮਾਲਾ 'ਚ ਪਰੋ ਕੇ ਆਪਣੇ ਡਿਸਟ੍ਰਿਕਟ ਨੂੰ ਜਿੱਥੇ ਰਹੇ ਆ ਆਪਣੀ ਸੋਚ ਛੱਡ ਕੇ ਆ ਕੇ ਉਹ ਉੱਥੇ ਲੋਕ ਅੱਜ ਵੀ ਯਾਦ ਕਰਦੇ ਆ। ਤੇ ਹਲਕਾ ਵਿਧਾਨ ਸਭਾ ਫਗਵਾੜਾ ਤਾਂ ਕੁਝ ਵੀ ਨਹੀਂ ਆ। ਤੇ ਪਰਮਾਰ ਸਾਹਿਬ ਕਹੀ ਜਾਂਦੇ ਆ ਜੀ ਇਹ ਫੇਲ ਆ ਜੀ, ਇਹਨਾਂ ਨੂੰ ਕੋਈ ਜਾਣਦਾ ਨਹੀਂ ਜੀ, ਇਹਨਾਂ ਨੂੰ ਕੋਈ ਪੁੱਛਦਾ ਨਹੀਂ ਜੀ। ਪਰਮਾਰ ਸਾਹਿਬ 2005 ਤੋਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ, 2005 ਤੋਂ ਧਾਲੀਵਾਲ ਸਾਹਿਬ ਜਦੋਂ SDM ਫਗਵਾੜਾ ਸੀ ਉਦੋਂ ਤੋਂ ਲੈ ਕੇ ਅੱਜ 16-17 ਸਾਲ ਹੋ ਗਏ ਆ ਫਗਵਾੜੇ ਦੇ ਵਿੱਚ ਰਹਿ ਰਹੇ ਆ। ਨੌਕਰੀ ਚਾਹੇ ਜਿੱਥੇ ਮਰਜ਼ੀ ਉਹਨਾਂ ਨੇ ਕੀਤੀ ਆ, ਲੇਕਿਨ ਉਹਨਾਂ ਦਾ ਘਰ ਫਗਵਾੜਾ ਰਿਹਾ। ਫਗਵਾੜੇ ਦੇ ਬੱਚੇ ਨੂੰ ਉਹ ਜਾਣਦੇ ਆ। ਜਦੋਂ MLA ਨਹੀਂ ਵੀ ਸੀ, ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਉਦੋਂ ਜਾਂਦੇ ਆਉਂਦੇ ਸੀ। ਉਸ ਦੀ ਬਦੌਲਤ ਇਹ 'ਚ ਕੋਈ ਦੋ ਰਾਏ ਨਹੀਂ, ਸਾਰੀ ਸੀਨੀਅਰ ਲੀਡਰਸ਼ਿਪ ਦਾ, ਸਾਡੀ ਯੂਥ ਦਾ, ਸਾਡੇ ਕੌਂਸਲਰ, 5 ਸਰਪੰਚ, ਜਿੰਨੇ ਵੀ ਸਾਡੇ ਲੀਡਰ ਸਾਹਿਬਾਨ ਹੈ, ਸਾਰਿਆਂ ਨੇ ਮਿਹਨਤ ਕੀਤੀ ਹੈ ਜਿਮਨੀ ਚੋਣ 'ਚ। ਸਾਰਿਆਂ ਦੇ ਧਾਲੀਵਾਲ ਸਾਹਿਬ, ਅਸੀਂ ਸਾਰੀ ਸਮੁੱਚੀ ਟੀਮ ਜਿੰਨੀ ਤੇ ਬੈਠੇ ਆ, ਸਾਰਿਆਂ ਦੇ ਅਸੀਂ ਬਹੁਤ ਧੰਨਵਾਦੀ ਹਾਂ। ਔਰ ਅਸੀਂ ਆਸ ਕਰਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ 100% ਧਾਲੀਵਾਲ ਸਾਹਿਬ ਨੂੰ ਮਿਲਣੀ ਆ। ਪਰਮਾਰ ਸਾਹਿਬ ਕਹਿੰਦੇ ਆ ਕੋਸ਼ਿਸ਼ ਕਰਾਂਗੇ, ਟਿਕਟ ਲੈਣ ਦਿਆਂਗੇ ਜੀ, ਮੂੰਹ ਨਾ ਲਾਓ ਜੀ, ਇਹਨਾਂ ਨੂੰ ਚੱਕ ਕੇ ਬਾਹਰ ਮਾਰੋ ਜੀ। ਪਰਮਾਰ ਸਾਹਿਬ ਉਸ ਰੱਬ ਤੋਂ ਡਰੋ। ਮੂੰਹ ਲਾਉਣਾ ਜਾਂ ਨਾ ਲਾਉਣਾ ਇਹ ਪਬਲਿਕ ਨੇ ਲਾਉਣਾ, ਨਾ ਤੁਸੀਂ ਕਰਨਾ ਨਾ ਅਸੀਂ ਕਰਨਾ। ਚੱਕ ਕੇ ਬਾਹਰ ਸਿੱਟਣਾ ਨਾ ਤੁਸੀਂ ਸਿੱਟ ਸਕਦੇ ਨਾ ਅਸੀਂ ਸਿੱਟ ਸਕਦੇ। ਆਪਾਂ ਤਾਂ ਘਰ ਦੇ ਬੱਚੇ ਨੂੰ ਨਹੀਂ ਕਿ ਬਾਹਰ ਕੱਢ ਸਕਦੇ। ਤੁਸੀਂ ਇੱਕ MLA ਨੂੰ ਕਹਿੰਦੇ ਚੱਕ ਕੇ ਬਾਹਰ ਸਿੱਟ ਦਿਓ। ਉਹ ਜਿਸ ਯੂਥ ਨੂੰ ਤੁਸੀਂ ਐਡਰੈਸ ਕਰਕੇ ਉਦੋਂ ਕਿਹਾ ਮੇਰੇ ਨਾਲ ਪ੍ਰੋਮਿਸ ਕਰੋ, ਉਹ ਯੂਥ ਨੂੰ ਤੁਸੀਂ ਆਪ ਤਾਂ ਹਰਾਉਂਦੇ ਸੀ। ਉਹ ਕਦੇ ਭੁੱਲਣਗੇ ਥੋੜੇ, ਉਹ ਭੁੱਲੇ ਨਹੀਂ ਆ, ਨਾ ਮਾਨ ਸਾਹਿਬ ਭੁੱਲੇ ਆ। ਜੋ ਮਾਨ ਸਾਹਿਬ ਦਾ ਵਿਰੋਧ ਤੁਸੀਂ ਕੀਤਾ ਆ, ਜੋ ਮਾਨ ਸਾਹਿਬ ਨੂੰ ਲੋਕਾਂ ਨੂੰ ਤੁਸੀਂ ਕਿਹਾ ਵੀ ਉਹਨੂੰ ਵੋਟਾਂ ਨਾ ਪਾਇਓ, ਉਹ ਮਾਨ ਸਾਹਿਬ ਨੂੰ ਲੋਕੀ ਜਾ ਕੇ ਦੱਸਦੇ ਰਹੇ ਆ ਵੀ ਮਾਨ ਸਾਹਿਬ ਅਜੀਤ ਸਿੰਘ ਪਰਮਾਰ ਤੋਂ ਦਫ਼ਤਰੋਂ ਆ ਮੈਸੇਜ ਆ ਰਿਹਾ। ਤੇ ਜਦੋਂ ਮਾਨ ਸਾਹਿਬ ਦੇ ਭਾਗਾਂ ਦੇ ਵਿੱਚ ਸੀ, ਉਹ MLA ਵੀ ਬਣੇ, ਕੈਬਨਿਟ ਮੰਤਰੀ ਵੀ ਬਣੇ, ਤੁਸੀਂ ਪੂਰਾ ਜ਼ੋਰ ਲਾਇਆ ਉਦੋਂ ਵੀ ਹਰਾਉਣ ਦਾ। ਤੇ ਅੱਜ ਧਾਲੀਵਾਲ ਸਾਹਿਬ ਦੇ ਜੇ ਕਿਸਮਤ 'ਚ ਹੈਗਾ ਟਿਕਟਰਾਂ ਨੂੰ ਮਿਲਣੀ ਆ, ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਉਹਨਾਂ ਦੇ ਕਰਨੀ ਆ, ਔਰ ਪਬਲਿਕ ਦੀਆਂ ਦੁਆਵਾਂ ਲੱਗਣੀਆਂ ਉਹਨਾਂ ਨੂੰ। ਜੋ ਸੱਚੇ ਸੁੱਚੇ ਉਹਨਾਂ ਨੇ ਕੰਮ ਕੀਤੇ ਆ, ਜੋ ਏਰੀਆ ਦੀ ਡਿਵੈਲਪਮੈਂਟ ਕੀਤੀ ਆ, ਤਾਂ ਮੇਰਾ ਖਿਆਲ ਹੈ ਦੁਨੀਆ ਦੀ ਕੋਈ ਤਾਕਤ ਉਹਨਾਂ ਦੀ ਟਿਕਟ ਨਹੀਂ ਰੋਕ ਸਕਦਾ ਜੇ ਪ੍ਰਮਾਤਮਾ ਨੇ ਉਹਨਾਂ ਨੂੰ ਦੇਣੀ ਆ। ਤੁਸੀਂ ਮੈਂ ਤਾਂ ਹੈ ਇੱਕ ਚੀਜ਼ ਆ। ਹਾਂਜੀ ਬੁੱਗਾ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਆ ਜੋ ਪਰਮਾਰ ਸਾਹਿਬ ਨੇ ਉਦੋਂ ਕਿਹਾ ਸੀ? ਦੇਖੋ ਸਾਰੀ ਗੱਲ ਜਿਹੜੀ ਭਾਰਤਵਾਜ ਸਾਹਿਬ ਨੇ ਤੁਹਾਨੂੰ ਦੱਸਤੀ ਹੈ। MLA ਸਾਹਿਬ ਸਾਰੀਆਂ ਪਾਰਟੀਆਂ, ਜਦੋਂ ਕੋਈ ਇੱਕ MLA ਬਣਦਾ ਉਹ ਸਾਰੇ ਸ਼ਹਿਰ ਦਾ ਬਣਦਾ MLA। ਜੇ ਪਰਮਾਰ ਸਾਹਿਬ ਨੇ MLA ਸਾਹਿਬ ਬਣਾਏ ਆ, ਅਸੀਂ ਵੀ ਕਹਿੰਦੇ ਸਾਡੇ ਸੀਨੀਅਰ ਆ, ਉਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਜਿਹੜੀ ਇਲੈਕਸ਼ਨ ਲੜੀ ਆ, ਸਾਰੇ ਕਾਂਗਰਸ ਨੇ ਨਾਲ ਹੋ ਕੇ ਇਲੈਕਸ਼ਨ ਲੜਾਈ ਆ, ਔਰ ਵਧੀਆ ਮਾਰਜਨ ਨਾਲ ਜਿਹੜੇ 26-27 ਹਜ਼ਾਰ ਨਾਲ ਅਸੀਂ ਜਿੱਤੇ ਆ। ਉਹ 'ਚ ਸਾਰਿਆਂ ਦਾ ਵੱਡਾ ਯੋਗਦਾਨ ਰਿਹਾ, ਔਰ ਸਾਰਿਆਂ ਨੇ ਜੇ ਪਰਮਾਰ ਸਾਹਿਬ ਉਹਨਾਂ ਦੀ ਵੀ ਉਨੀ ਇੱਜ਼ਤ ਬਣੀ ਹੈ। ਕੀ ਕਾਰਨ ਹੋਏ ਆ ਹੁਣ ਇਹਦੇ ਬਾਰੇ ਸਾਨੂੰ ਕਹਿੰਦੇ ਅੰਦਰਲੀ ਗੱਲ ਨਹੀਂ ਪਤਾ ਵੀ ਕੀ ਕਾਰਨ ਹੋਏ ਆ ਵੀ ਜਿਹੜਾ ਅੱਜ ਧਾਲੀਵਾਲ ਸਾਹਿਬ ਦਾ ਵਿਰੋਧ ਹੋ ਰਿਹਾ। ਮੈਂ ਸਮਝਦਾ ਵੀ ਧਾਲੀਵਾਲ ਸਾਹਿਬ ਇੱਕ ਇਹੋ ਇਨਸਾਨ ਆ ਵੀ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਮੈਂ ਕਹਿੰਦਾ ਇੰਨਾ ਵਿਕਾਸ ਕਰਾਇਆ ਤੇ ਉਹਦੀ ਅੱਜ ਜੇ ਅਸੀਂ ਕਹੀਏ
ਤੇ ਉਸ ਗੱਲ ਨੂੰ ਅਣਗੌਲਿਆਂ ਕਰਕੇ ਅਸੀਂ ਦੂਜੇ ਪਾਸੇ ਨੂੰ ਤੁਰ ਪਈਏ ਤਾਂ ਉਹ ਬਹੁਤ ਮਾੜੀ ਗੱਲ ਹੈ। ਮੈਂ ਕਹਿੰਦਾ ਉਹ ਟੋਟੇ ਬਣਾਤੇ ਜਿੱਥੇ ਮਤਲਬ ਇੱਕ ਖੂੰਜੇ ਵੀ ਪਏ ਸੀ ਨਾ, ਉਹ ਵੀ ਉਹਨਾਂ ਨੂੰ ਯਾਦ ਆ ਵੀ ਫਲਾਣੇ ਏਰੀਆ ਦੇ ਵਿੱਚ ਫਲਾਣੀ ਜਗ੍ਹਾ ਫਲਾਣੇ ਬੰਦੇ ਕੋਲ ਜਾ ਕੇ ਉਹ ਦੇਖੋ ਸੜਕ ਬਣੀ ਜਾਂ ਨਹੀਂ ਬਣੀ। ਸੋ ਇਦਾਂ ਦੇ ਬੰਦੇ ਦਾ ਵਿਰੋਧ ਹੋਣਾ ਮੈਂ ਸਮਝਦਾ ਬੜੀ ਮੰਦਭਾਗੀ ਗੱਲ, ਸ਼ਹਿਰ ਲਈ ਵੀ ਮੰਦਭਾਗੀ ਗੱਲ ਆ। ਵੀ ਜੇ ਹੁਣ ਕੋਈ ਵਧੀਆ ਸਾਨੂੰ ਜਿਹੜੇ ਐਮਐਲਏ ਸਾਹਿਬ ਮਿਲੇ ਆ ਤੇ ਉਹਨਾਂ ਦੇ ਲਈ ਜੇ ਫੇਰ ਅੱਜ ਟਿਕਟਾਂ ਦੇ ਵਿੱਚ ਕੋਈ ਅੜਚਨ ਪੈਂਦੀ ਆ ਤੇ ਉਹ ਸ਼ਹਿਰ ਲਈ ਵੀ ਬਹੁਤ ਮਾੜੀ ਗੱਲ ਹੋਊਗੀ ਤੇ ਕਾਂਗਰਸ ਪਾਰਟੀ ਦੇ ਲਈ ਵੀ ਬਹੁਤ ਮਾੜੀ ਗੱਲ। ਆਬਜ਼ਰਵਰ ਸਾਹਿਬ ਆਏ ਸੀਗੇ, ਕਿਦਾਂ ਦਾ ਆਸ਼ਵਾਸਨ ਦੇ ਕੇ ਗਏ ਆ? ਕੀ ਤੁਸੀਂ ਉਮੀਦ ਕਰਦੇ? ਬਹੁਤ ਵਧੀਆ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਕੰਮ ਕਰੋ, ਤੁਸੀਂ ਆਪਣਾ ਜਿੱਦਾਂ ਕੰਮ ਕਰਦੇ ਹੋ ਉਹਨੂੰ ਜ਼ਿਆਦਾ ਸਪੀਡ ਨਾਲ ਕੰਮ ਕਰੋ ਔਰ ਮੈਨੂੰ ਸੀਟ ਜਿੱਤੀ ਹੋ ਚਾਹੀਦੀ ਹੈ। ਉਹਨਾਂ ਨੂੰ ਅਸੀਂ ਇਹ ਕਿਹਾ ਵੀ ਤੁਹਾਨੂੰ 200% ਸੀਟ ਜਿੱਤ ਤੁਹਾਡੇ ਝੋਲੀ ਪਾਵਾਂਗੇ। ਪਰ ਬੁੱਗਾ ਜੀ, ਜਿੱਦਾਂ ਤੁਸੀਂ ਕਹਿ ਰਹੇ ਆ ਕਿ ਧਾਲੀਵਾਲ ਸਾਹਿਬ ਨੂੰ ਮਹੱਲੇ ਦਾ ਵੀ ਪਤਾ ਆ, ਭਾਰਦਵਾਜ ਸਾਹਿਬ ਨੇ ਵੀ ਇਹੀ ਗੱਲ ਕਹੀ ਆ, ਪਰ ਪਰਮਾਰ ਸਾਹਿਬ ਕਹਿੰਦੇ ਕਿ ਉਹ ਜਿੰਨਾ ਚਿਰ ਫਗਵਾੜੇ ਰਹੇ ਇੱਕ ਅਫਸਰ ਦੇ ਤੌਰ ਤੇ ਰਹੇ, ਉਹਨਾਂ ਨੂੰ ਤਾਂ ਕਿਸੇ ਗਲੀ ਦਾ ਵੀ ਨਹੀਂ ਪਤਾ ਹੋਣਾ ਫਗਵਾੜੇ। ਚਲੋ ਇਹ ਗੱਲ ਹੁੰਦੀ ਹੈ ਕੁਛ ਟਾਈਮ, ਉਹ ਜਦੋਂ ਸੀਗੇ ਅਫਸਰ ਉਦੋਂ ਮੈਂ ਮੰਨ ਲਈ ਗੱਲ, ਪਰ ਹੁਣ ਅੱਜ ਦੀ ਡੇਟ ਤੋਂ 2.5 ਸਾਲ ਤੋਂ ਐਮਐਲਏ ਆ ਬਣੇ, ਉਹ ਕਿਹੜੇ ਘਰ ਜਾਂ ਕਿਹੜੇ ਖੂੰਜੇ ਦੇ ਵਿੱਚ ਨਹੀਂ ਗਏ। ਉਹ ਪਹਿਲਾਂ ਵਾਲੀ ਗੱਲ ਮੈਂ ਮੰਨ ਲੈਣਾ ਨਹੀਂ ਉਹਨਾਂ ਨੂੰ ਪਤਾ ਹੋ ਸਕਦਾ, ਪਰ ਪਹਿਲਾਂ ਵੀ ਉਹ ਐਸਡੀਐਮ ਸੀਗੇ ਤਾਂ ਉਹਨਾਂ ਨੂੰ ਕੱਲੀ ਗਲੀ ਦਾ ਪਤਾ ਸੀ, ਕਿਉਂਕਿ ਕਈ ਜਗ੍ਹਾ ਤੇ ਸਾਨੂੰ ਨਹੀਂ ਪਤਾ ਜਿੱਥੇ ਉਹਨਾਂ ਨੇ ਰਾਤ ਦੋ ਰਾਤਾਂ ਰਹਿ ਕੇ, ਜਿੱਥੇ ਸਾਨੂੰ ਸੀਵਰ ਦੀ ਪ੍ਰੋਬਲਮ ਹੋ ਗਈ, ਚਾਹੇ ਗੁਰੂ ਤੇਗ ਬਹਾਦਰ ਨਗਰ ਦਾ ਮਾਤਾ ਜੀ ਸਾਡੇ ਬੈਠੇ ਆ, ਉੱਥੇ ਰਾਤ ਨੂੰ ਖੁਦ ਉਹ ਬਹਿ ਕੇ ਉਹਨਾਂ ਨੇ ਉੱਥੇ ਜਿਹੜਾ ਸੀਵਰ ਦਾ ਕੰਮ ਕਰਵਾਇਆ ਸੀ, ਪਾਣੀ 3-3 4-4 ਫੁੱਟ ਪਾਣੀ ਭਰਿਆ ਸੀ। ਸੰਜੀਵ ਜੀ, ਜਿੱਦਾਂ ਅਮਨਦੀਪ ਜੀ ਨੇ ਗੱਲ ਕੀਤੀ ਸੀ ਕਿ ਦਿਹਾਤੀ ਪ੍ਰਧਾਨ ਵੀ ਨਾਰਾਜ਼ ਚੱਲ ਰਿਹਾ ਆ, ਹਾਂਜੀ, ਦਿਹਾਤੀ ਪ੍ਰਧਾਨ ਨਾਲ ਤੁਹਾਡਾ ਵੀ ਕਾਫੀ ਪਿਆਰ ਆ, ਕੀ ਗੱਲ ਉਹਨਾਂ ਨੇ ਤੁਹਾਡੇ ਨਾਲ ਕਦੀ ਗੱਲ ਕੀਤੀ ਕਿ ਅਸੀਂ ਕਿਹੜੀ ਗੱਲੋਂ ਨਾਰਾਜ਼ ਆ? ਐਕਚੁਅਲੀ ਦੇਖੋ ਕਾਂਗਰਸੀ ਸਾਡੇ ਵਿੱਚ ਚਾਹੇ ਦਿਹਾਤੀ ਪ੍ਰਧਾਨ ਜੀ ਹੈ, ਚਾਹੇ ਹੋਰ ਵੀ ਕਾਂਗਰਸੀ ਕਈ ਵਿੱਚ ਸਾਡੇ ਤੋਂ ਹੈਗੇ ਆ, ਪਰ ਅਸੀਂ ਪੂਰਾ ਜ਼ੋਰ ਲਾਇਆ ਹੈ ਕਿ ਉਹਨਾਂ ਨੂੰ ਜੇ ਉਹਨਾਂ ਦੇ ਕੋਈ ਮਨ ਦੇ ਵਿੱਚ ਕੋਈ ਗੱਲ ਹੈਗੀ ਆ ਤੇ ਉਹਨੂੰ ਬਿਠਾ ਕੇ ਉਹਦਾ ਅਸੀਂ ਦੂਰ ਕੀਤਾ ਜਾਵੇ। ਅਸੀਂ ਨਹੀਂ ਚਾਹੁੰਦੇ ਵੀ ਕੋਈ ਵੀ ਜਿਹੜਾ ਸਾਡਾ ਕਾਂਗਰਸੀ ਭਰਾ ਹੈ ਤਾਂ ਚਲੋ ਦਿਹਾਤੀ ਪ੍ਰਧਾਨ ਆ, ਉਹ ਵੀ ਮਿਹਨਤੀ ਹੈ, ਅਸੀਂ ਨਹੀਂ ਚਾਹੁੰਦੇ ਵੀ ਕੋਈ ਸਾਡੇ ਤੋਂ ਦੂਰ ਰਹੇ। ਧਾਲੀਵਾਲ ਸਾਹਿਬ ਆਪਣੇ ਵੱਲੋਂ ਪੂਰਾ ਪ੍ਰਯਾਸ ਕਰ ਰਹੇ। ਇਹ ਪ੍ਰਯਾਸ ਹੁਣ ਇਲੈਕਸ਼ਨ ਕਰਕੇ ਕਿਉਂ ਜੇ ਉਹ 1.5 ਸਾਲ ਤੋਂ ਐਕਚੁਅਲੀ ਨਹੀਂ, ਪਹਿਲਾਂ ਵੀ ਸਾਡੀਆਂ 5-7 ਵਾਰੀ ਮੀਟਿੰਗਾਂ ਹੋਈਆਂ। ਤੇ ਡਿਫਰੈਂਸ ਇਦਾਂ ਦੇ ਕਿਹੜੇ? ਮੈਂ ਤੁਹਾਨੂੰ ਦੱਸਦਾ, ਪਹਿਲਾਂ ਵੀ 5-6 ਵਾਰੀ ਬਹਿ ਕੇ ਹੋਈ ਆ ਇਹਦੇ ਬਾਰੇ, ਉਹਨਾਂ ਦੇ ਨਾਲ ਹੀ ਗੱਲ ਹੁੰਦੀ ਰਹੀ ਹੈ, ਪਰ ਉਹ ਕਈ ਵਾਰੀ ਤੁਹਾਨੂੰ ਪਤਾ ਵੀ ਜਦੋਂ ਆਪਾਂ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਕਮੀ ਰਹਿ ਜਾਂਦੀ ਹੈ, ਚਾਹੇ ਉਹ ਮੇਰੇ ਵੱਲੋਂ ਹੋਵੇ ਚਾਹੇ ਉਹਨਾਂ ਵੱਲੋਂ ਹੋਵੇ, ਉਹ ਫਿਰ ਜਿਹੜੀ ਗੱਲ ਜਿਹੜੀ ਵਿੱਚ ਖਰਾਬ ਹੋਈ ਹੈ। ਕੀ ਲੱਗਦਾ ਧਾਰੀਵਾਲ ਸਾਹਿਬ ਨੂੰ ਟਿਕਟ ਮਿਲਦੀ ਆ? 200% ਟਿਕਟ ਮਿਲਦੀ ਨਹੀਂ, ਮਿਲੂਗੀ। ਟਿਕਟ ਮਿਲ ਗਈ, ਮਿਲਣ ਤੋਂ ਬਾਅਦ ਜੇ ਦਿਹਾਤੀ ਪ੍ਰਧਾਨ ਨਹੀਂ ਨਾਲ ਚੱਲਦੇ ਕੀ ਨੁਕਸਾਨ? ਮੈਂ ਕੋਈ ਨੁਕਸਾਨ ਤੁਹਾਨੂੰ ਜਿਹੜੀ ਹੁਣ ਗੱਲ ਕਹੀ ਆ ਵੀ ਪੂਰਾ ਪ੍ਰਯਾਸ ਧਾਲੀਵਾਲ ਸਾਹਿਬ ਦਾ ਚੱਲ ਰਿਹਾ ਵੀ ਕੋਈ ਵੀ ਜਿਹੜਾ ਕਾਂਗਰਸ ਸਾਡੇ ਤੋਂ ਰੁੱਸਿਆ ਹੈ ਉਹਨੂੰ ਨਾਲ ਜੋੜ ਕੇ ਅਸੀਂ ਇਲੈਕਸ਼ਨ ਲੜਨੀ ਹੈ ਔਰ ਵਧੀਆ ਮਾਰਜਨ ਨਾਲ ਜਿਹੜੀ ਇਹ ਇਲੈਕਸ਼ਨ ਅਸੀਂ ਜਿੱਤਾਂਗੇ।